ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ NRI ਵਰਡ ਦੇ ਵਿੱਚ। ਭਾਰਤ 75 ਸਾਲ ਪੂਰੇ ਕਰ ਚੁੱਕਾ ਹੈ ਆਪਣੀ ਆਜ਼ਾਦੀ ਦੇ। ਸੋ ਇਸ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਉੱਤੇ ਅਸੀਂ ਕੀ ਸੋਚੀਏ ਕਿ ਇਹ ਲੇਖਾ ਜੋਖਾ ਕੀ ਨਿਕਲੇਗਾ ਇਹ 75 ਸਾਲਾਂ ਦਾ। ਦੁਨੀਆ ਭਾਰਤ ਬਾਰੇ ਕੀ ਸੋਚਦੀ ਹੈ, ਦੁਨੀਆ ਭਾਰਤ ਵੱਲ ਵੇਖਦੀ ਹੈ ਤਾਂ ਕਿਸ ਨਿਗਾਹ ਨਾਲ ਵੇਖਦੀ ਹੈ, ਇਹ ਗੱਲ ਜ਼ਰੂਰੀ ਤੌਰ 'ਤੇ ਇੰਪੋਰਟੈਂਟ ਹੈ, ਮਹੱਤਵ ਰੱਖਦੀ ਹੈ। ਪਰ ਉਸ ਤੋਂ ਜ਼ਿਆਦਾ ਇੰਪੋਰਟੈਂਟ ਇਹ ਗੱਲ ਹੈ ਕਿ ਅਸੀਂ ਖੁਦ ਭਾਰਤ ਵਾਸੀ ਭਾਰਤ ਬਾਰੇ ਕੀ ਸੋਚਦੇ ਹਾਂ, ਜਿਹੜੇ ਭਾਰਤ ਵਿੱਚ ਰਹਿੰਦੇ ਹਾਂ ਅਤੇ ਜਿਹੜੇ ਭਾਰਤ ਤੋਂ ਬਾਹਰ ਵੀ ਰਹਿੰਦੇ ਹਾਂ ਵਿਦੇਸ਼ਾਂ ਦੇ ਵਿੱਚ, ਉਹ ਭਾਰਤ ਬਾਰੇ ਕੀ ਸੋਚਦੇ ਨੇ। ਸੋ ਵਿਦੇਸ਼ੀ ਭਾਰਤ ਬਾਰੇ ਕੀ ਸੋਚਦੇ ਨੇ ਇਹ ਇੱਕ ਵੱਖਰਾ ਪੁਆਇੰਟ ਆਫ ਵਿਊ ਹੈ। ਪਰ ਭਾਰਤੀ ਲੋਕ ਜੋ ਵਿਦੇਸ਼ਾਂ ਵਿੱਚ ਵੀ ਰਹਿੰਦੇ ਨੇ ਅਤੇ ਜਿਹੜੇ ਭਾਰਤੀ ਲੋਕ ਭਾਰਤ ਵਿੱਚ ਵੀ ਰਹਿੰਦੇ ਨੇ ਉਹ ਭਾਰਤ ਬਾਰੇ ਕੀ ਸੋਚਦੇ ਨੇ, ਇੱਕ ਵੱਖਰਾ ਪੁਆਇੰਟ ਆਫ ਵਿਊ ਹੈ। ਸੋ ਜਿਹੜੇ ਭਾਰਤੀ ਨੇ ਮੂਲ ਰੂਪ ਦੇ ਵਿੱਚ, ਉਹਨਾਂ ਨੂੰ ਇਹ ਦੇਖਣਾ ਚਾਹੀਦਾ, ਆਪਣੇ ਦੇਸ਼ ਵੱਲ ਦੇਖ ਕੇ ਇਹ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਕਿ ਸਾਡੇ ਭਾਰਤ ਦਾ ਹਾਲ ਕੀ ਹੈ, ਸਾਡੇ ਭਾਰਤ ਦੇ ਲੋਕਾਂ ਦਾ ਕੀ ਹਾਲ ਹੈ, ਸਾਡੇ ਭਾਰਤ ਦੇ ਅੰਦਰ ਵਾਤਾਵਰਣ ਕਿਹੋ ਜਿਹਾ ਬਣਿਆ ਹੋਇਆ ਹੈ, ਸਾਡੇ ਭਾਰਤ ਦੇ ਅੰਦਰ ਜਿਹੜਾ ਡੈਮੋਕ੍ਰੇਸੀ ਹੈ, ਲੋਕਤੰਤਰ ਹੈ, ਉਹਦਾ ਕੀ ਹਾਲ ਹੈ। ਸੰਵਿਧਾਨ ਦੇ ਅੰਦਰ ਜੋ ਜੋ ਲਿਖਿਆ ਅਸੀਂ ਆਪਣੀ ਜ਼ਾਤੀ ਜ਼ਿੰਦਗੀ ਦੇ ਵਿੱਚ ਉਹਨੂੰ ਕਿੰਨਾ ਕੁ ਮੰਨਦੇ ਹਾਂ। ਸਾਡੀਆਂ ਪੋਲੀਟੀਕਲ ਪਾਰਟੀਜ਼ ਸੰਵਿਧਾਨ ਦੇ ਵਿੱਚ ਲਿਖੀਆਂ ਹੋਈਆਂ ਸਾਰੀਆਂ ਗੱਲਾਂ ਨੂੰ ਕਿੰਨਾ ਕੁ ਮੰਨਦੀਆਂ ਨੇ। ਨਾਲ ਅਸੀਂ ਇਹ ਵੀ ਸੋਚੀਏ ਅਸੀਂ ਧਰਮ ਦੇ ਬਾਰੇ ਕੀ ਸੋਚਦੇ ਹਾਂ, ਅਸੀਂ ਸਮਾਜ ਦੇ ਬਾਰੇ ਕੀ ਸੋਚਦੇ ਹਾਂ, ਅਸੀਂ ਸਿੱਖਿਆ ਦੇ ਬਾਰੇ ਕੀ ਸੋਚਦੇ ਹਾਂ, ਅਸੀਂ ਸਿਹਤ ਸਹੂਲਤਾਂ ਦੇ ਬਾਰੇ ਕੀ ਸੋਚਦੇ ਹਾਂ, ਅਸੀਂ ਆਪਣੀ ਇਕੋਨਮੀ ਦੇ ਬਾਰੇ ਕੀ ਸੋਚਦੇ ਹਾਂ, ਅਸੀਂ ਦੇਸ਼ ਦੀ ਗਰੀਬੀ ਦੇ ਬਾਰੇ ਕੀ ਸੋਚਦੇ ਹਾਂ, ਦੇਸ਼ ਦੇ ਅੰਦਰ ਭੁੱਖਮਰੀ ਹੈ, ਜਿੱਥੇ ਜਿੱਥੇ ਵੀ ਲੋਕ ਭੁੱਖ ਨਾਲ ਤੜਪਦੇ ਨੇ ਉਹਨਾਂ ਬਾਰੇ ਕੀ ਸੋਚਦੇ ਹਾਂ। ਤਮਾਮ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਬਾਰੇ ਕੀ ਸੋਚਦੇ ਹਾਂ ਜੋ ਭਾਰਤ ਦੇ ਅੰਦਰ ਮੌਜੂਦ ਨੇ, ਅਤੇ ਮਿਲ ਕੇ ਉਸ ਦਾ ਹੱਲ ਲੱਭਣ ਬਾਰੇ ਅਸੀਂ ਕੀ ਸੋਚਦੇ ਹਾਂ। ਨਾਲ ਦੀ ਨਾਲ ਅਸੀਂ ਇਹ ਵੀ ਸੋਚੀਏ ਕਿ ਜੋ ਸਾਡੇ ਭਾਰਤ ਦੀ ਸੰਸਕ੍ਰਿਤੀ ਆ, ਸੱਭਿਆਚਾਰ ਹੈ, ਜਿਹਦੇ ਵਿੱਚ ਵੱਡੇ ਵੱਡੇ ਪੀਰਾਂ ਪੈਗੰਬਰਾਂ ਗੁਰੂ ਸਾਹਿਬਾਨ ਸਭ ਦੀਆਂ ਸਿੱਖਿਆਵਾਂ ਆਉਂਦੀਆਂ ਨੇ, ਸਾਨੂੰ ਜੀਵਨ ਜਾਚ ਸਿਖਾਉਂਦੀਆਂ ਨੇ, ਉਹਨਾਂ ਬਾਰੇ ਕੀ ਸੋਚਦੇ ਹਾਂ। ਅਤੇ ਸਭ ਤੋਂ ਜ਼ਿਆਦਾ ਮਹੱਤਵਪੂਰਨ ਗੱਲ ਇਹ ਹੈ ਕਿ ਜਿਨ੍ਹਾਂ ਸ਼ਹੀਦਾਂ ਨੇ, ਆਜ਼ਾਦੀ ਘੁਲਾਟੀਆਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਜਾਨ ਦਿੱਤੀ, ਅੰਗਰੇਜ਼ਾਂ ਤੋਂ ਭਾਰਤ ਨੂੰ ਆਜ਼ਾਦ ਕਰਵਾਉਣ ਵਾਸਤੇ, ਉਹਨਾਂ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਬਾਰੇ, ਉਹਨਾਂ ਸ਼ਹੀਦਾਂ ਦੇ ਸੁਪਨਿਆਂ ਬਾਰੇ ਅਸੀਂ ਕੀ ਸੋਚਦੇ ਹਾਂ ਅਤੇ ਉਹਨਾਂ ਨੂੰ ਸਾਕਾਰ ਕਰਨ ਵਾਸਤੇ ਅਸੀਂ ਕਿੰਨਾ ਕੁ ਜ਼ੋਰ ਲਾ ਰਹੇ ਹਾਂ, ਅਸੀਂ ਕਿੰਨੀ ਕੁ ਕੋਸ਼ਿਸ਼ ਕਰ ਰਹੇ ਹਾਂ। ਚਲੋ ਅੱਗੇ ਵਧਦੇ ਹਾਂ। NRI ਵਰਡ ਦੇ ਵਿੱਚ ਇਸ ਵਕਤ ਸਾਡੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਹਰਦੀਪ ਸਿੰਘ ਸੋਢੀ। ਸੋਢੀ ਸਾਹਿਬ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ NRI ਵਰਡ ਦੇ ਵਿੱਚ। ਧੰਨਵਾਦ ਜੀ ਮਾਨਯੋਗ ਸੰਜੀਵ ਯਸ਼ ਖੰਨਾ ਜੀ, ਤੁਹਾਡੀ ਤਮਾਮ ਟੈਕਨੀਕਲ ਟੀਮ ਤੇ ਸਤਿਕਾਰਯੋਗ ਸਰੋਤਿਆਂ ਨੂੰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੋਢੀ ਸਾਹਿਬ, ਸੁਪਰੀਮ ਕੋਰਟ ਨੇ ਕੁਝ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਅਮਰੀਕਾ ਦੇ ਵਿੱਚ, ਜੋ ਸਾਡੇ ਭਾਰਤੀਆਂ ਵਾਸਤੇ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕੁਝ ਚਾਨਣਾ ਪਾਓ ਇਹਨਾਂ ਹਦਾਇਤਾਂ ਦੇ ਉੱਤੇ। ਇਸ ਤਰ੍ਹਾਂ ਜੀ, ਜਿਹੜੀਆਂ ਨਿੱਕੀਆਂ ਮੋਟੀਆਂ ਇੰਟਰਨਲ ਜਾਂ ਜਿਹੜੀਆਂ ਇਹਦੀਆਂ R1 B1 ਜਾਂ H1 ਇਹਨਾਂ ਦੇ ਉੱਤੇ ਜਿਹੜੇ ਨਿੱਕੇ ਮੋਟੇ ਤਨਕੀਆਂ ਚੱਲਦੀਆਂ ਰਹਿੰਦੀਆਂ, ਉਹਦੇ ਤੇ ਕੋਈ ਵਿਸ਼ੇਸ਼ ਰੱਦੋ ਬਦਲ ਨਹੀਂ ਹੋਈ ਹੈ ਜੀ। ਬਟ ਇਹ ਹੋਇਆ ਕਿ ਇੱਕ ਅੱਜ ਤੋਂ 2 ਸਾਲ ਪਹਿਲਾਂ ਜਦੋਂ ਆਪਣੇ ਟਰੰਪ ਸਾਹਿਬ ਦਾ ਰਾਜ ਸੀ ਤੇ ਇਹਨਾਂ ਨੇ ਇੱਕ ਕਾਨੂੰਨ ਬਣਾਇਆ ਸੀ ਕਿ ਜਿਹੜੇ ਇਮੀਗ੍ਰੈਂਟਸ ਵਾਇਆ ਜਿਹੜੇ ਨਜਾਇਜ਼ ਤੌਰ ਤੇ ਇੱਥੇ ਆਉਂਦੇ ਆ ਤੇ ਆ ਕੇ ਅਸਾਈਲਮ ਪਾਉਂਦੇ, ਉਹਦੇ 'ਚ ਮਤਲਬ ਆਪਣੇ ਇੰਡੀਅਨ ਬਹੁਤ ਗਿਣਤੀ 'ਚ ਹੁੰਦੇ ਆ, ਬਾਕੀ ਪਾਕਿਸਤਾਨੀ ਹੋਰ ਵੀ ਦੇਸ਼ਾਂ ਤੋਂ ਤੇ ਪਲੱਸ ਸਾਊਥ ਅਮਰੀਕਨ ਵੀ ਜਿਹੜੇ ਡੁੰਕੀ ਲਾ ਕੇ ਆਉਂਦੇ ਆ ਤੇ ਮੈਕਸੀਕੋ ਤੋਂ ਆ ਕੇ ਕੰਧ ਪਾਰ ਕਰਦੇ ਆ ਜੀ। ਤੇ ਉਹਦੇ ਬਾਰੇ ਇਹਨਾਂ ਨੇ ਕੇਸ ਪਾਇਆ ਸੀ ਕਿ ਬਹੁਤ ਸਾਰੀ ਜਿਹੜੀਆਂ ਇਹਨਾਂ ਨੂੰ ਆਪਣੀ ਖੁਫੀਆ ਤੌਰ ਤੇ ਪਤਾ ਲੱਗਿਆ ਸੀ ਵੀ ਮੈਕਸੀਕੋ ਦੇ ਵਿੱਚ ਇੱਕ ਬਹੁਤ ਤਗੜਾ ਜਮਾਵੜਾ ਜਿਹੜਾ ਬਾਹਰਲੇ ਦੇਸ਼ਾਂ ਲੋਕਾਂ ਦਾ ਬੈਠਾ ਇਸ ਖੁਰਾਕ ਦੇ ਵਿੱਚ ਵੀ ਕਦੋਂ ਕੰਧ ਟੱਪੀ ਜਾਵੇ ਤੇ ਕਦੋਂ ਇਹ ਮਤਲਬ ਇੱਥੇ ਜਾਇਆ ਜਾਏ, ਕਿਉਂਕਿ ਇਹਨਾਂ ਵੇਲੇ ਸਖਤੀ ਜ਼ਿਆਦਾ ਹੋਈ ਸੀ। ਨਾਲੇ ਇਹਨਾਂ ਨੇ ਕੋਈ ਦੀਵਾਰ ਬਣਾਉਣ ਦਾ ਕੀਤਾ ਸੀ, ਕੁਝ ਫੌਜਾਂ ਨੂੰ ਸਤਰਕ ਕੀਤਾ ਸੀ। ਇਸ ਤੋਂ ਪਹਿਲਾਂ ਵੀ ਕੰਮ
ਜਿੱਦਾਂ ਬਰਾਕ ਓਬਾਮਾ ਵੇਲੇ ਜਾਂ ਉਸ ਤੋਂ ਪਹਿਲਾਂ ਵੀ ਜਾਂ ਬਾਅਦ 'ਚ ਵੀ ਚੱਲੀ ਜਾਂਦਾ ਰੂਟੀਨ ਜਿਹੀ ਦੇ ਵਿੱਚ ਵੀ ਬਹੁਤਾ ਉੱਥੇ ਬੈਕਲਾਗ ਨਹੀਂ ਸੀ ਹੁੰਦਾ। ਜੀ। ਪਰ ਉਸ ਵੇਲੇ ਸਖਤੀ ਕਰਨ ਵਾਸਤੇ ਤੇ ਕਾਫੀ ਹਜ਼ਾਰਾਂ ਦੇ ਵਿੱਚ ਜਿਹੜੇ ਲੋਕ ਉੱਥੇ ਬੈਠੇ ਸੀ ਤੇ ਇਹਨਾਂ ਨੂੰ ਖਬਰਾਂ ਤੇ ਆ ਹੀ ਜਾਂਦੀਆਂ ਨਾ ਕਿਹੜੇ ਬੰਦੇ ਇਸ ਤਰ੍ਹਾਂ ਬੈਠੇ ਆ। ਹਾਂਜੀ। ਇਹਨਾਂ ਨੇ ਫਿਰ ਕੀ ਕੀਤਾ ਸੀ, ਇਹਨਾਂ ਨੇ ਆਪਣੀ ਇੱਕ ਸਲਾਹ ਦਿੱਤੀ ਸੀ ਐਜ਼ ਏ ਪ੍ਰੈਜ਼ੀਡੈਂਟ ਵੀ ਇਹਨਾਂ ਦੇ ਕੇਸ ਉੱਥੇ ਹੀ ਲੈ ਲਏ ਜਾਣ, ਇਹਨਾਂ ਨੂੰ ਬੈਠੇ ਮੈਕਸੀਕੋ 'ਚ ਦਿੱਤਾ ਜਾਏ ਤੇ ਸਾਰਿਆਂ ਦੇ ਜਿਹੜੇ ਆ ਨਾ ਉਹ ਕੇਸ ਇੱਥੇ ਉਧਰੋਂ ਮਤਲਬ ਉਹਨਾਂ ਨੂੰ ਵੀ ਆਪਣੇ ਲਾਇਰ ਕਰਕੇ ਤੇ ਇਧਰ ਇਮੀਗ੍ਰੇਸ਼ਨ ਪ੍ਰੋਟੈਕਟ ਕਰਨ ਤੇ ਜਿਹੜੇ ਆਈਸ ਕਹਿੰਦੇ ਆ ਇੱਥੇ ਇਹ ਜਿਹੜਾ ਮਤਲਬ ਫੈਸਲਾ ਕਰਦੇ ਆ ਨਾ ਜੀ ਜੀ ਇਹਨੂੰ ਆਈਸ ਦਾ ਨਾਂ ਦਿੰਦੇ ਹਨ ਵੀ ਆਈਸ ਅਫਸਰ ਜਿਹਨੂੰ ਪਾਸ ਕਰੇਗਾ ਵੀ ਇਹਦਾ ਹੋਣ ਯੋਗ ਹੈ ਉਹਨੂੰ ਇੱਧਰ ਬੁਲਾ ਲਾਂਗੇ, ਬਾਕੀਆਂ ਨੂੰ ਮੈਕਸੀਕੋ ਤੋਂ ਹੀ ਰਿਪੋਰਟ ਕਰ ਦਿਆਂਗੇ। ਠੀਕ ਹੈ ਸਰ। ਉਹ ਫਿਰ ਇਹ ਕੇਸ ਪਾਉਂਦਿਆਂ ਤੱਕ ਇਹਨਾਂ ਦੀ ਸਰਕਾਰ ਚਲੀ ਗਈ ਤੇ ਬਾਈਡਨ ਸਾਹਿਬ ਆ ਗਏ, ਪਰ ਉਹ ਕੇਸ ਹਜੇ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਸੀ। ਉਹ ਪਿਛਲੇ ਹਫਤੇ ਜਾਂ 10 ਦਿਨ ਪਹਿਲਾਂ ਉਹਨਾਂ ਨੇ ਉਹ ਕੇਸ ਦਾ ਫੈਸਲਾ ਕੀਤਾ ਕਿ ਉਹਦੇ ਉੱਤੇ ਨਾ ਤੇ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਮਤਲਬ ਉਸ ਗੱਲ ਨੂੰ ਇਨ-ਬਿਨ ਲਾਗੂ ਕਰ ਦਿਓ ਤੇ ਨਾ ਉਹਨਾਂ ਨੇ ਉਹਨਾਂ ਦੀ ਜਿਹੜੀ ਉਹਨਾਂ ਨੇ ਮਤਲਬ ਉਹ ਪਲੀ ਲਈ ਸੀ, ਜਿਹੜਾ ਕੇਸ ਪਾਇਆ ਸੀ, ਨਾ ਉਹਨੂੰ ਰਿਜੈਕਟ ਕੀਤਾ ਵੀ ਉਹਨਾਂ ਨੂੰ ਖੁੱਲੇ ਆਉਣ। ਉਹਨਾਂ ਨੇ ਕਿਹਾ ਵੀ ਇਹ ਡਿਪੈਂਡ ਕਰਦਾ ਵੀ ਤੁਹਾਡੇ ਤੇ ਬਾਈਡਨ ਸਰਕਾਰ ਤੇ ਵੀ ਜੇ ਤੁਸੀਂ ਚਾਹੁੰਦੇ ਹੋ ਉਹਨਾਂ ਨੂੰ ਇੱਧਰ ਬੁਲਾਉਣਾ ਤੇ ਤੁਸੀਂ ਬੁਲਾ ਸਕਦੇ ਹੋ, ਜੇ ਤੁਸੀਂ ਉੱਥੇ ਕਰਨਾ ਚਾਹੁੰਦੇ ਹੋ ਤੇ ਉੱਥੇ ਵੀ ਕਰ ਸਕਦੇ ਹੋ। ਇਹ ਮਤਲਬ ਨਿਊ ਅਪਡੇਟ ਹੈਗੀ ਆ ਤੇ ਇਹਦੇ ਨਾਲ ਜਿਹੜਾ ਆਪਣੇ ਭਾਈਚਾਰੇ ਦੇ ਲੋਕ ਹੈ ਜਾਂ ਹੋਰ ਕਹਿਣ ਸੁਣਨ ਵਾਲੇ ਆ ਉਹਨਾਂ ਮੁਤਾਬਕ ਇਹ ਆ ਵੀ ਜਿਹੜਾ ਬੰਦਾ ਇੱਥੇ ਆ ਜਾਂਦਾ ਹੈ ਉਹਦੇ ਚਾਂਸਸ ਵੱਧ ਜਾਂਦੇ ਆ ਵੀ ਉਹਨੂੰ ਕੇਸ ਉਹਦਾ ਅਪਰੂਵ ਹੋ ਜਾਏਗਾ। ਤੇ ਜੇ ਮਤਲਬ ਕਿ ਉੱਥੋਂ ਹੀ ਇਹਨਾਂ ਨੇ ਡਿਸੀਜਨ ਲਿਆ ਵੀ ਉੱਥੋਂ ਹੀ ਰੱਖ ਲਿਆ ਜਾਂ ਮੋੜ ਦਿੱਤਾ ਤੇ ਉਹਦੇ ਨਾਲ ਖਾਸ ਕਰਕੇ ਇਹ ਜਿਹੜੇ ਲੋਕ 20 30 35 40 ਲੱਖ ਖਰਚ ਕੇ ਆਏ ਆ ਵੀ ਇਹਨਾਂ ਦੇ ਨੁਕਸਾਨਦੇਹ ਹੋ ਸਕਦੀ ਹੈ ਇਹ ਜਿਹੜੀ ਕਾਰਗੁਜ਼ਾਰੀ ਆ। ਇਹਦਾ ਮਤਲਬ ਕਾਫੀ ਇਹਤਿਆਤ ਵਰਤਣ ਦੀ ਲੋੜ ਹੈ। ਜਿਹੜਾ ਸਾਡਾ ਭਾਰਤ ਦਾ ਭਾਈਚਾਰਾ ਹੈ, ਭਾਵੇਂ ਅਮਰੀਕਾ 'ਚ ਰਹਿੰਦਾ ਹੈ ਭਾਵੇਂ ਭਾਰਤ ਵਿੱਚ ਰਹਿੰਦਾ ਹੈ, ਉਹਨਾਂ ਨੂੰ ਇਸ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਅਗਲਾ ਕਦਮ ਚੁੱਕਣਾ ਚਾਹੀਦਾ ਜਿੱਥੋਂ ਤੱਕ ਇਮੀਗ੍ਰੇਸ਼ਨ ਦਾ ਸਵਾਲ ਹੈ। ਸੋ ਦੂਜਾ ਇੱਕ ਮਸਲਾ ਇਹ ਹੈ ਕਿ ਅਮਰੀਕਾ ਦੇ ਵਿੱਚ ਕਹਿੰਦੇ ਨੇ ਇਕਨੋਮਿਸਟ ਕਿ ਰਿਸੈਸ਼ਨ ਦੀ ਸਥਿਤੀ ਬਣੀ ਹੋਈ ਹੈ ਔਰ ਆਉਣ ਵਾਲੇ 6 ਮਹੀਨਿਆਂ ਜਾਂ 1 ਸਾਲ ਦੇ ਵਿੱਚ ਕਾਫੀ ਪ੍ਰੈਸ਼ਰ ਹੋ ਸਕਦਾ ਹੈ USA ਦੇ ਵਿੱਚ ਵੀ, ਕੈਨੇਡਾ ਦੇ ਵਿੱਚ ਵੀ, ਕਿਉਂਕਿ GDP ਕਾਫੀ ਡਾਊਨ ਜਾ ਰਹੀ ਹੈ। ਸੋ ਇਹ ਸਭ ਕੀ ਸੀਨ ਹੈ ਕਿਉਂਕਿ ਜਦੋਂ ਅਮਰੀਕਾ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਚੇਂਜ ਆਏਗੀ ਤਾਂ ਜ਼ਰੂਰੀ ਤੌਰ 'ਤੇ ਵਰਲਡ ਇਕਨੋਮੀ ਦੇ ਉੱਤੇ ਇਹਦਾ ਅਸਰ ਪੈਣਾ ਹੀ ਹੈ ਜ਼ਰੂਰੀ ਤੌਰ 'ਤੇ। ਇਹ ਜ਼ਰਾ ਕੀ ਕਹਿ ਰਹੇ ਇਸ ਵੇਲੇ ਇਹ ਮਤਲਬ 2 ਤਰੀਕਿਆਂ ਦੇ ਨਾਲ ਇਕਨੋਮੀ ਚੱਲ ਰਹੀ ਆ ਜੀ। ਮਤਲਬ ਇੱਕ ਬੜੀ ਅਜੀਬ ਸਥਿਤੀ ਹੈ ਔਰ ਮਤਲਬ ਹਰ ਜਿਹੜੇ ਐਨਾਲਿਸਿਸ ਕਰਦੇ ਆ ਉਹਦੀ ਸਮਝ ਤੋਂ ਬਾਹਰ ਦੀ ਗੱਲ ਹੈ ਵੀ ਹੋ ਕੀ ਰਿਹਾ। ਉਹ ਆਪਾਂ ਗੱਲ ਬਾਅਦ 'ਚ ਖੋਲਦੇ ਹਾਂ, ਪਹਿਲਾਂ ਆਪਾਂ ਮੇਨ ਗੱਲ ਕਰਕੇ ਜੀ। ਉਹ ਇਸ ਤਰ੍ਹਾਂ ਦੀ ਵੀ ਪਹਿਲਾਂ ਇਹ ਰਿਸੈਸ਼ਨ ਜਿਹੜਾ ਆਇਆ 1930 ਦੇ ਵਿੱਚ ਆਇਆ, ਫਿਰ 1980 'ਚ ਆਇਆ, ਉਸ ਤੋਂ ਬਾਅਦ 2006-07 'ਚ ਆਇਆ। ਮਤਲਬ ਤਕਰੀਬਨ 30-35 ਸਾਲ ਮਿਨੀਮਮ ਜਿਹੜਾ ਸੀ ਨਾ ਉਹ ਸਮਾਂ ਲੱਗ ਜਾਂਦਾ ਸੀ ਰਿਸੈਸ਼ਨ ਆਉਣ 'ਚ ਜੀ। ਤੇ ਪਰ ਕਿਉਂਕਿ ਇਹ ਹੁਣ ਪਿਛਲੇ ਸਾਲਾਂ ਤੋਂ 20-30 ਸਾਲ ਤੋਂ ਬੇਲੋੜਾ ਖਰਚਾ ਜਿਹੜਾ ਇਹ ਦੇਸ਼ ਦੇ ਉੱਤੇ ਪੈ ਰਿਹਾ ਤੇ ਇਹ ਮਤਲਬ ਇਹ ਰਿਸੈਸ਼ਨ ਹੈਗੀ 8-7 ਸਾਲਾਂ ਬਾਅਦ ਹੀ ਆ ਗਿਆ। ਅਜੇ ਮਤਲਬ ਸਹੀ ਮੈਨੇ ਕਹਿ ਸਕਦੇ ਹੋ ਅਜੇ ਰਿਸੈਸ਼ਨ ਜੋ ਪੂਰੀ ਤਰ੍ਹਾਂ ਤਾਂ ਨਿਕਲਿਆ ਹੀ ਨਹੀਂ ਸੀ ਦੇਸ਼। ਹਾਂਜੀ, ਨਿਕਲਦਿਆਂ ਨੂੰ ਮਤਲਬ ਟਿੰਡ ਮਨਾਉਂਦਿਆਂ ਹੀ ਗੜੇ ਪੈਣੇ ਲੱਗ ਪਏ ਉੱਤੋਂ ਵੀ ਅਜੇ ਪੂਰੀ ਤਰ੍ਹਾਂ ਨਿਕਲਿਆ ਨਹੀਂ ਸੀ। ਤੇ ਉਹ ਹੋਇਆ ਇਹ ਆ ਵੀ ਲੋਕਾਂ ਦੇ ਇਸ ਵੇਲੇ ਜਿਹੜੀ ਸੀ ਨਾ ਇੱਕ ਮਾਰ ਇਹਨੂੰ ਕਰੋਨੇ ਨੇ ਵੀ ਮਾਰੀ ਹੈ। ਵੈਸੇ ਇਹ ਗੱਲ ਮੈਂ ਭੁੱਲ ਗਿਆ ਸੀ। ਇੱਕ ਮਾਰ ਮਤਲਬ ਇੱਕ ਤੇ ਪਹਿਲਾਂ ਜਿਹੜਾ ਇਹ ਖਾੜੀ ਦੇ ਦੇਸ਼ਾਂ 'ਚ ਈਰਾਨ ਨਾਲ ਕਾਫੀ ਪੈਸਾ ਵੇਸਟ ਹੋਇਆ, ਇਰਾਕ ਤੇ ਹੋਇਆ, ਅਫਗਾਨਿਸਤਾਨ 'ਚ ਹੋਇਆ। ਮਤਲਬ ਅਫਗਾਨਿਸਤਾਨ ਦੀ ਸਿਰਫ ਇਹ ਹੀ ਨਹੀਂ ਕਿ ਅਫਗਾਨਿਸਤਾਨ ਦੇ ਵਿੱਚ ਇਹਨਾਂ ਨੇ ਬਹਿ ਕੇ ਜੰਗ ਲੜ ਲਈ ਤੇ ਕੰਮ ਹੋ ਗਿਆ, ਨਹੀਂ, ਉੱਥੇ ਬਹੁਤ ਕੁਝ ਹੋਇਆ
ਮਤਲਬ ਈਵਨ ਜਿਹੜਾ ਕਰਾਚੀ ਪੋਰਟ ਤੇ ਇਹਨਾਂ ਦੇ ਸ਼ਿਪ ਲੱਗਦੇ ਸੀ ਤੇ ਅੱਗੋਂ ਜਿਹੜਾ ਬਾਈ ਟਰੱਕ ਜਾਂਦੇ ਸੀ ਉਹ ਸਾਰਾ ਪਾਕਿਸਤਾਨ ਵੀ ਖਰਚਾ ਲੈਂਦਾ ਸੀ ਤੇ ਉਹ ਵਾਰ ਇਹਨਾਂ ਨੂੰ ਬੜੀ ਮਹਿੰਗੀ ਪਈ ਆ। ਤੇ ਉਸ ਨੇ ਫਿਰ ਜਿਹੜਾ ਭਲਾਈ ਦੇ ਕੰਮਾਂ ਦੇ ਉੱਤੇ, ਇਹਨਾਂ ਦੇ ਇਨਫਰਾਸਟ੍ਰਕਚਰ ਦੇ ਉੱਤੇ, ਹੋਰ ਚੀਜ਼ਾਂ ਦੇ ਉੱਤੇ ਜਿਹੜਾ ਪੈਸਾ ਲੱਗਣਾ ਸੀ ਉਹ ਪੈਸਾ ਉਧਰ ਲੱਗ ਗਿਆ। ਇੱਧਰ ਫਿਰ ਡਿਮਾਂਡਸ ਜਿਹੜੀਆਂ ਨੇ ਇਹ ਉਵੇਂ ਦੀਆਂ ਉਵੇਂ ਰਹੀਆਂ। ਔਰ ਸਭ ਤੋਂ ਵੱਡੀ ਗੱਲ ਹੈ ਵੀ ਇੱਥੇ ਸਹੂਲਤਾਂ ਤੇ ਕੱਟ ਨਹੀਂ ਲੱਗਦਾ। ਜਿਹੜੇ ਰੂਟ ਤੇ ਇਹਨਾਂ ਨੇ ਇੱਕ ਵਾਰੀ ਟ੍ਰੇਨ ਚਲਾਤੀ ਜਾਂ ਬੱਸ ਚਲਾਤੀ ਤੇ ਜੇ ਮਤਲਬ ਸਾਡੇ ਇੰਡੀਆ 'ਚ ਕੀ ਹੁੰਦਾ ਵੀ ਥੋੜ੍ਹੀ ਜਿਹੀਆਂ ਸਵਾਰੀਆਂ ਘਟੀਆਂ ਤੇ ਰੂਟ ਬੰਦ ਹੋ ਜਾਂਦਾ ਨਾ, ਇੱਥੇ ਰੂਟ ਨਹੀਂ ਬੰਦ ਹੁੰਦਾ, ਚਾਹੇ ਉਹ ਇੱਕ ਸਵਾਰੀ ਲੈ ਕੇ ਬੱਸ ਜਾਂਦੀ ਪਈ ਆ ਤਾਂ ਵੀ ਜਾ ਰਹੀ ਆ। ਤੇ ਬਾਕੀ ਜਿੱਦਾਂ ਐਂਬੂਲੈਂਸ ਦੇ, ਫਾਇਰ ਫਾਈਟਰ ਦੇ, ਪੁਲਿਸ ਦੇ, ਉਹ ਖਰਚੇ ਇਹਨਾਂ ਨੂੰ ਬਰਕਰਾਰ ਪਈ ਜਾਂਦੇ ਆ। ਤੇ ਉਸ ਚੀਜ਼ ਨੇ ਹੁਣ ਆ ਜਿਹੜਾ ਸਾਊਦਰਨ ਸੀ ਵਾਲਾ ਚੀਨ ਨਾਲ ਸੀ ਉਹਦੇ ਤੇ ਵੀ ਖਰਚਾ ਬਹੁਤ ਹੋਇਆ। ਹੁਣ ਕਰੋਨਾ ਨੇ ਵੀ ਕਰਾਤਾ ਹਨਾ। ਉਸ ਤੋਂ ਬਾਅਦ ਯੂਕਰੇਨ ਵਾਲੀ ਲੜਾਈ ਆ, ਉਹ ਵੀ ਇੱਕ ਮਰਿਆ ਸੱਪ ਇਹਨਾਂ ਦੇ ਗੱਲ ਦੇ ਵਿੱਚ ਪਿਆ ਵੀ ਉਹਦੇ ਚੋਂ ਜੇ ਰੂਸ ਦਾ ਯੂਕਰੇਨ ਦਾ ਤੇ ਜਲੂਸ ਨਿਕਲਣਾ ਹੀ ਸੀ ਤੇ ਨੁਕਸਾਨ ਇਹਨਾਂ ਦਾ ਵੀ ਬਹੁਤ ਹੋ ਗਿਆ ਜੀ। ਤੇ ਇਹਨਾਂ ਸਥਿਤੀਆਂ ਕਰਕੇ ਹੁਣ ਸਭ ਤੋਂ ਵੱਡੀ ਜਿਹੜੀ ਮਾਰ ਹੈ ਉਹ ਇਸ ਵੇਲੇ ਝੇਲ ਰਹੀ ਆ ਇਹਨਾਂ ਦੀ ਜਿਹੜੀ ਇੱਕ 에ਅਰਲਾਈਨ ਇੰਡਸਟਰੀ ਤੇ ਇੱਕ ਹਾਊਸਿੰਗ ਇੰਡਸਟਰੀ। ਜਿਹੜੇ ਲੋਕ ਮਤਲਬ ਘਰਾਂ ਦੇ ਉੱਤੇ ਪੈਸਾ ਲਾ ਰਹੇ ਸੀ ਵੀ ਉਹਨਾਂ ਲੋਕਾਂ ਦਾ ਤਾਂ ਇਸ ਵੇਲੇ ਇੱਕ ਸ਼ਹਿਰ ਦੇ ਵਿੱਚ ਕਈ ਵਾਰੀ ਇਹ ਹੁੰਦਾ ਸੀ ਵੀ ਬਾਹਰ 19,000 ਹੈ ਤੇ ਇਨਵੈਂਟੋਰੀ ਦੇ ਵਿੱਚ ਘਰ 16,000, ਮਤਲਬ 3,000 ਬਾਹਰ ਉੱਤੇ ਬੈਠਾ ਸੀ ਤੇ ਲੋਕ ਮੂੰਹੋਂ ਮੰਗੇ ਰੇਟਾਂ ਨਾਲ ਮਕਾਨ ਵੇਚਦੇ ਪਏ ਸੀ। ਅੱਜ ਦੀ ਡੇਟ ਦੇ ਵਿੱਚ ਆ ਵੀ ਇਨਵੈਂਟੋਰੀ ਜਿਹੜੀ ਆ ਉਹ ਲੱਖਾਂ 'ਚ ਹੋ ਗਈ ਆ ਤੇ ਜਿਹੜਾ ਬਾਇਰ ਆ ਉਹ ਹਜ਼ਾਰਾਂ 'ਚ ਵੀ ਨਹੀਂਗਾ। ਓਕੇ, 60 ਹਜ਼ਾਰ ਘਰ ਇੱਕ ਸ਼ਹਿਰ ਦੇ ਵਿੱਚ ਵਿਕਣ ਵਾਲਾ ਜਿਹੜਾ ਉਹ ਪਿਆ ਵਾ। ਤੇ ਇਸ ਕਰਕੇ ਇਹ ਮਤਲਬ ਲੋਕੀ ਤਾਂ ਕਹਿੰਦੇ ਵੀ ਸਾਡੇ ਕੋਲ ਤਾਂ ਕਿਰਾਇਆ ਦੇਣ ਜੋਗੇ ਪੈਸੇ ਹੈ ਨਹੀਂ ਤੇ ਅਸੀਂ ਮੌਰਗੇਜ ਕਿੱਥੋਂ ਦੇਣੀ ਆ। ਓਕੇ, ਮਤਲਬ ਇਹ ਸਾਰੇ ਦੀ ਇੱਕ ਮਿੰਟ, ਇਹ ਸਾਰੇ ਦੀ ਭਰਪਾਈ ਕਰਨ ਵਾਸਤੇ ਇਹਨਾਂ ਨੇ ਬੈਂਕਾਂ ਦੇ ਰੇਟ ਵਧਾਤੇ। ਜਿਹੜੇ 2-2.5% ਤੇ ਬੈਂਕ ਦਿੰਦੇ ਪਏ ਸੀ ਲੋਨ, ਉਹ ਹੁਣ 6% ਤੇ ਚਲੇ ਗਏ। ਜਿਹਦੀ 4,000 ਕਿਸ਼ਤ ਬਣਨੀ ਸੀ ਉਹਦੀ 6,000 ਟੱਪਦੀ ਪਈ ਹੈ ਤਾਂ ਅਗਲਾ ਲੈਂਦਾ ਹੀ ਨਹੀਂ। ਤੇ ਉਹ ਸਾਰਾ ਘੁੰਮ ਘੁਮਾ ਕੇ ਤੇ ਜਿਹੜਾ ਦਬਾਅ ਹੈਗਾ ਉਹ ਸਰਕਾਰ ਤੇ ਇਕਨੋਮੀ ਤੇ ਪੈ ਜਾਂਦਾ ਜੀ। ਪਰ ਇੱਕ ਚੀਜ਼ ਜਿਹੜੀ ਮੈਂ ਤੁਹਾਨੂੰ ਅਰਜ਼ ਕੀਤੀ ਸੀ ਵੀ ਥੋੜੀ ਜਿਹੀ ਮਤਲਬ ਚਿੰਤਾ ਵਾਲੀ ਆ, ਉਹ ਮਤਲਬ ਮੈਂ ਤੁਹਾਡੇ ਨਾਲ ਥੋੜੀ ਜਿਹੀ ਕਲੀਅਰ ਕਰਨੀ ਚਾਹੁੰਦਾ। ਵੈਸੇ ਆਪਾਂ ਕੋਈ ਇਕਨੋਮਿਕ ਐਕਸਪਰਟ ਤਾਂ ਨਹੀਂ ਹੈਗੇ, ਪਰ ਵੈਸੇ ਇੱਕ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਕਿ ਪਹਿਲੇ ਜਦੋਂ ਰਿਸੈਸ਼ਨ ਆਉਂਦੇ ਸੀ ਉਹਨਾਂ ਦੇ ਵਿੱਚ ਇੱਕ ਚੀਜ਼ ਹੁੰਦੀ ਸੀ, ਜਾਂ ਡਾਲਰ ਮਹਿੰਗਾ ਹੁੰਦਾ ਸੀ ਤੇ ਜਾਂ ਗੋਲਡ ਮਹਿੰਗਾ ਹੁੰਦਾ ਸੀ ਜੀ। ਜੇ ਇਨਵੈਸਟਰ ਗੋਲਡ 'ਚ ਚਲਾ ਗਿਆ ਤੇ ਡਾਲਰ ਸਸਤਾ ਹੋ ਗਿਆ, ਜੇ ਗੋਲਡ ਇੱਧਰ ਚਲਾ ਗਿਆ ਤੇ ਉਹ ਸਸਤਾ ਹੋ ਗਿਆ। ਹੁਣ ਇਸ ਵੇਲੇ ਦੀ ਸਥਿਤੀ ਹੈ ਵੀ ਗੋਲਡ ਵੀ ਜਿਹੜਾ ਮਹਿੰਗਾ ਵਾ ਤੇ ਇਹ ਵੀ ਮਹਿੰਗਾ, ਡਾਲਰ ਵੀ ਮਹਿੰਗਾ। ਹੁਣ ਡਾਲਰ ਦਾ ਤੇ ਇਹਦਾ ਜਿਹੜੀ ਜਦੋਂ ਇਹ ਤਕਰੀਬਨ ਅੱਜ ਤੋਂ 30 ਸਾਲ ਪਹਿਲਾਂ ਯੂਰੋ ਕਰੰਸੀ ਚੱਲੀ ਆ ਤੇ ਇਹਨਾਂ ਨੇ ਡਾਲਰ ਦੇ ਨਾਲ ਥੋੜਾ ਜਿਹਾ 5-7 ਰੁਪਏ ਦਾ ਫਰਕ ਸੀ ਤੇ ਮੁੜ ਕੇ 20-25 ਰੁਪਏ ਦਾ ਫਰਕ ਤੇ ਚਲੀ ਗਈ ਸੀ। ਤੇ ਹੁਣ ਫਿਰ ਉਹ 4-5 ਦਾ ਰਹਿ ਗਿਆ। ਇਹਦਾ ਮਤਲਬ ਹਾਲਾਤ ਬਹੁਤ ਯੂਰਪ ਦੇ ਵੀ ਵਧੀਆ ਨਹੀਂ, ਕਿਉਂਕਿ ਉਹਨਾਂ ਦੀ ਕਰੰਸੀ ਵੀ ਡਾਊਨ ਜਾ ਰਹੀ ਆ। ਜੀ 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 ਹਾਂ, ਇਹ ਮਤਲਬ ਬੜਾ ਕਿ ਹੈਰਾਨੀਕੁੰਨ ਜਿਹੇ ਹਾਲਾਤ ਬਣੇ ਹੋਏ ਆ ਜੀ। ਵੈਸੇ ਹਰ ਸਾਲ ਜਿਹੜੇ ਤੁਸੀਂ ਗਿਣਾਏ ਨੇ, 1930 ਵੀ ਗਿਣਾਇਆ, ਤੁਸੀਂ 2007-8 ਤੱਕ ਆਏ ਹੋ, ਉਹ ਜਿਹੜੇ ਰਿਸੈਸ਼ਨ ਸੀ ਉਹ ਡਿਫਰੈਂਟ ਸੀ। ਇਸ ਵਕਤ ਜ਼ਿਆਦਾ ਡਿਫਰੈਂਟ ਨੇ, ਇਸ ਕਰਕੇ ਜ਼ਿਆਦਾ ਮਾਰ ਖੈਰ ਮਿਡਲ ਕਲਾਸ ਨੂੰ ਤਾਂ ਹਮੇਸ਼ਾ ਪੈਂਦੀ ਹੋਈ ਹੈ, ਉਹ ਤਾਂ ਹਮੇਸ਼ਾ ਹੀ ਪੈਂਦੀ ਰਹਿੰਦੀ ਆ। ਤਾਂ ਇਸ ਵਕਤ ਜਿਹੜੀਆਂ ਜ਼ਿੰਦਗੀ ਦੇ ਵਾਸਤੇ ਜ਼ਰੂਰੀ ਚੀਜ਼ਾਂ ਨੇ ਉਹ ਵੀ ਵਸੋਂ ਬਾਹਰ ਹੋ ਗਈਆਂ ਨੇ, ਇੰਨੀਆਂ ਜ਼ਿਆਦਾ ਮਹਿੰਗੀਆਂ ਹੋ ਚੁੱਕੀਆਂ ਨੇ। ਸੋ ਤੁਸੀਂ ਜੰਗ ਦੀ ਵੈਸੇ ਇਹਨਾਂ ਨੇ ਨਾ ਮਤਲਬ ਕਿ ਏਡੀ ਚਿੰਤਾ ਦਾ ਵਿਸ਼ਾ ਨਹੀਂਗਾ। ਅੱਗੇ ਇਹ ਡਿਪੈਂਡ ਕਰਦੇ ਸੀ ਸਾਰਾ ਚਾਈਨਾ ਤੇ, ਤਾਈਵਾਨ ਤੇ, ਬੰਗਲਾਦੇਸ਼ ਤੇ ਹੋਰ ਮਤਲਬ ਜਿਹੜੇ ਇੱਧਰਲੇ ਨਾ ਈਸਟਰਨ ਕੰਟਰੀ ਸੀ ਉਹਨਾਂ ਦੇ ਉੱਤੇ ਵੀ। ਇੱਕ ਫਰਜ਼ ਕਰੋ ਵੀ ਮਤਲਬ ਸੋਡੇ ਵਾਲਾ ਕੱਪ ਵੀ ਆ ਫੋਮ ਦਾ, ਉਹ ਵੀ ਉੱਥੋਂ ਹੀ ਬਣ ਕੇ ਆ ਰਿਹਾ ਸੀ। ਮਤਲਬ ਫੇਸ ਮਾਸਕ ਵੀ ਉੱਥੋਂ ਆ ਰਿਹਾ ਸੀ, ਹੋਰ ਮਤਲਬ ਬੜਾ ਕੁਝ ਉੱਥੋਂ ਆ ਰਿਹਾ ਸੀ। ਉਹ ਚੀਜ਼ਾਂ ਨੇ ਨਾ ਸਮਾਲ ਸਕੇਲ ਇੰਡਸਟਰੀ ਨੂੰ ਥੋੜਾ ਜਿਹਾ ਇਹਨਾਂ ਨੇ ਹੁਣ ਮਤਲਬ ਅਪਗ੍ਰੇਡ ਕਰਦੇ ਪਏ ਆ ਵੀ ਜਿਹੜਾ ਸਾਡੀ ਡਿਪੈਂਡੈਂਸੀ ਉਹਨਾਂ ਤੇ ਘਟ ਜਾਵੇ।
ਤੇ ਓਕੇ ਜੇ ਉਹ ਇਸ ਚੀਜ਼ ਨੂੰ ਕਰ ਗਏ ਇਹ ਕਵਰ, ਤੇ ਉਹਦੇ ਨਾਲ ਕੀ ਹੋਏਗਾ ਵੀ ਇੱਥੇ ਦੇ ਇੱਕ ਇੰਪਲਾਇਮੈਂਟ ਵੱਧ ਜਾਏਗੀ, ਇੱਕ ਇਹਨਾਂ ਦੀ ਫਾਰਮ ਕਰੰਸੀ ਬਚੀ ਰਹੇਗੀ। ਤੇ ਮਤਲਬ ਕਵਰ ਤਾਂ ਕਰ ਦੇਣਗੇ, ਐਸੀ ਗੱਲ ਨਹੀਂ, ਕਿਉਂਕਿ ਬਾਣੀਆਂ ਬੁੱਧ ਹੈਗੀ ਆ ਨਾ ਇਹ। ਮਤਲਬ ਇੰਡੀਆ 'ਚ ਆਪਾਂ ਗਿਣਦੇ ਹੁੰਦੇ ਆ ਇੱਕ ਜੱਟ ਬੁੱਧ ਤੇ ਇੱਕ ਬਾਣੀਆ ਬੁੱਧ। ਜੀ ਤੇ ਜਿਹੜਾ ਜੱਟ ਬੁੱਧ ਹੈ ਜੀ। ਹਾਂਜੀ ਆਈ ਅੰਡਰਸਟੈਂਡ ਜੋ ਤੁਸੀਂ ਸਮਝਾਉਣਾ ਚਾਹੁੰਦੇ ਹੋ ਕਿ ਇਹ ਬਿਜ਼ਨਸ ਜੋ ਬਾਟਮ ਲਾਈਨ ਇਜ਼ ਪ੍ਰੋਫਿਟ, ਤੇ ਉਸ ਚੀਜ਼ ਨੂੰ ਇਹ ਸਮਝਦੇ ਹੋਏ ਹਰ ਚੀਜ਼ ਨੂੰ ਕਵਰ ਕਰ ਲੈਣਗੇ। ਆਈ ਅੰਡਰਸਟੈਂਡ ਇਟ। ਸੋ ਮਤਲਬ ਮੈਂ ਇੱਥੇ ਇੱਕ ਗੱਲ ਹੋਰ ਜੋੜਨੀ ਚਾਹੁੰਦਾ। ਜੀ ਜੀ ਬਾਣੀਆ ਬੁੱਧ ਵਾਲੀ ਗੱਲ ਜਾਂ ਜੱਟ ਬੁੱਧ ਵਾਲੀ ਗੱਲ ਕੀਤੀ ਹੈ ਵੀ ਜੱਟ ਬੁੱਧ ਦਾ ਮਤਲਬ ਹੁੰਦਾ ਵੀ ਉੱਥੇ ਲੜਾਈ ਹੋਵੇ, ਜਿੱਦਾਂ ਇੱਥੇ ਆਪਣੇ ਹੁੰਦੀ ਪਾਕਿਸਤਾਨ ਹੁੰਦੀ ਆ, ਕਿਸੇ ਨਾਲ ਹੋ ਗਈ ਕਿਸੇ ਨਾਲ ਹੋ ਗਈ। ਇਹ ਜਿੱਥੇ ਲੜਾਈ ਕਰਦੇ ਆ ਉਹਦੇ ਨਾਲ ਲੜਾਈ ਵੀ ਕਰੀ ਜਾਂਦੇ ਆ, ਜਿੱਥੇ ਉਹਦੇ ਕੋਲੋਂ ਫਾਇਦਾ ਦਿਸਦਾ ਉਹਦਾ ਫਾਇਦਾ ਵੀ ਚੁੱਕ ਲੈਂਦੇ ਆ, ਉੱਥੇ ਇਹਨਾਂ ਦੀ ਦੁਸ਼ਮਣੀ ਨਹੀਂ ਹੁੰਦੀ। ਹੁਣ ਤੁਸੀਂ ਵੇਖੋ ਨਾ, ਟੈਸਲਾ ਕਾਰ ਹੈ ਜੀ ਜੀ ਟੈਸਲਾ ਵਾਲੇ ਨੇ 31 ਜੁਲਾਈ ਤੱਕ ਜਿਹੜਾ ਕਲੋਜ਼ ਹੋਇਆ ਮੰਥ, 7,74,000 ਟੈਸਲਾ ਕਾਰ ਜਿਹੜੀ ਆ ਉਹਨੇ ਬਣਾਤੀ ਆ। ਓਕੇ ਹੈ ਨਾ, ਸੌਰੀ 9,74,000। 61,000 ਕਾਰ ਉਹਦੀ 31 ਅਗਸਤ ਤੱਕ ਬਣ ਜਾਣੀ ਹੈ। ਮਿਲੀਅਨ ਟੱਪ ਗਈ, 1 ਮਿਲੀਅਨ ਯੈਸ ਹੈ ਨਾ। ਔਰ ਉਹ ਟੈਸਲਾ ਕਾਰ ਜਿਹੜੀ 110% ਜਿਹੜੀ ਅਮਰੀਕਨ ਕਾਰ ਹੈ ਜੀ, ਹੈ ਨਾ। ਉਹਦੇ ਚ ਜਿਹੜੀ ਚਿਪ ਹੀ ਆ ਉਹ ਜਾਂ ਚਾਈਨਾ ਦੀ ਜਾਂ ਤਾਈਵਾਨ ਦੀ ਜਾਂ ਇੱਧਰ ਉੱਧਰ ਦੀ ਲੱਗਣੀ ਹੈ, ਬਾਕੀ ਸਾਰੀ ਉਹਦੀ ਬੋਡੀ ਤੋਂ ਲੈ ਕੇ ਮੋਟਰ ਤੱਕ ਹਰ ਚੀਜ਼ ਉਹਦੇ ਚ ਉਹ ਹੈ। ਤੇ ਉਹ ਇਹਨਾਂ ਚੀਨ ਚ ਬਣਾ ਲਈ ਆ, ਉਦਾਂ ਇਹ ਚੀਨ ਦੇ ਦੁਸ਼ਮਣ ਹੈ। ਤੋ ਜਿੱਥੇ ਕਰਕੇ ਇਹਨਾਂ ਨੂੰ ਆਪਣਾ ਫਾਇਦਾ ਦਿਸਦਾ ਨਾ, ਉੱਥੇ ਫਿਰ ਇਹ ਉਹਦਾ ਫਾਇਦਾ ਪੂਰਾ ਚੁੱਕਦੇ। ਇਸ ਕਰਕੇ ਮੈਂ ਕਹਿੰਦਾ ਵੀ ਕਿਸੇ ਵੀਰ ਨੂੰ ਬਾਹਰ ਬੈਠੇ ਨੂੰ ਜਾਂ ਅਮਰੀਕਾ ਬੈਠੇ ਨੂੰ ਇਸ ਰਿਸੈਸ਼ਨ ਤੋਂ ਕੋਈ ਘਬਰਾਉਣ ਦੀ ਲੋੜ ਨਹੀਂ। ਇਹਨਾਂ ਨੇ ਰਿਸੈਸ਼ਨ ਰਹਿਣ ਨਹੀਂ ਦੇਣਾ, ਜਿੰਨੀ ਜਲਦੀ ਕਵਰ ਹੋਇਆ ਇਹਨਾਂ ਕਰ ਜਾਣਾ। ਸੋ ਟੈਸਲਾ ਦੀ ਐਗਜ਼ਾਮਪਲ ਤੁਸੀਂ ਦਿੱਤੀ ਹੈ, ਯੂਕਰੇਨ ਰਸ਼ੀਆ ਉਲਝਿਆ ਹੈ, ਉੱਥੇ ਵੀ ਅਮਰੀਕਾ ਦੀ ਇੰਟਰਫੀਅਰੈਂਸ ਹੈ ਕਿ ਪੈਸੇ ਵੱਲੋਂ ਇਮਦਾਦ ਦਿੱਤੀ ਜਾਂਦੀ ਹੈ, ਹਥਿਆਰਾਂ ਵੱਲੋਂ ਇਮਦਾਦ ਦਿੱਤੀ ਜਾਂਦੀ ਹੈ। ਹੁਣ ਤੁਸੀਂ ਚੀਨ ਦੀ ਗੱਲ ਕੀਤੀ ਹੈ ਕਿ ਚੀਨ ਦੇ ਵਿੱਚ ਜਾ ਕੇ ਆਪਣੀ ਕਾਰ ਬਣਾਉਂਦੇ ਨੇ, ਉਂਝ ਦੁਸ਼ਮਣੀ ਹੈ। ਔਰ ਤਾਈਵਾਨ ਦਾ ਜੋ ਮਸਲਾ ਹੈ ਉਸ ਨੂੰ ਲੈ ਕੇ ਜਦੋਂ ਨੈਂਸੀ ਪੋਲੀਸੀ ਜਾਂਦੇ ਨੇ ਉੱਥੇ, ਤਾਂ ਉਹ ਐਕਸਰਸਾਈਜ਼ ਹੋ ਰਹੀ ਹੈ, ਹਜੇ ਵੀ ਯੁੱਧ ਦਾ ਅਭਿਆਸ ਹੋ ਰਿਹਾ ਹੈ। ਔਰ ਅਸੀਂ ਸਾਰੇ ਜਾਣਦੇ ਹਾਂ ਕਿ ਵਿੱਚੋਂ ਇਹ ਕੀ ਚੱਲਦਾ ਪਿਆ ਹੈ। ਔਰ ਤਾਈਵਾਨ ਵੀ ਕਹਿ ਰਿਹਾ ਕਿ ਅਸੀਂ ਡਰਨ ਵਾਲੇ ਨਹੀਂ ਹਾਂ, ਅਸੀਂ ਹਰ ਗੱਲ ਦਾ ਜਵਾਬ ਦੇਵਾਂਗੇ। ਸੋ ਇਹ ਸਥਿਤੀ ਕੀ ਬਣੀ ਹੋਈ ਹੈ? ਅਮਰੀਕਾ ਉੱਥੇ ਤੇ ਉਲਝਿਆ ਹੋਇਆ ਹੈ ਤਾਈਵਾਨ ਨੂੰ ਲੈ ਕੇ, ਜਿਸ ਤੋਂ ਚਾਈਨਾ ਕਹਿੰਦਾ ਕਿ ਇਹ ਮੇਰਾ ਹਿੱਸਾ ਹੈ ਤੇ ਤਾਈਵਾਨ ਕਹਿੰਦਾ ਕਿ ਮੈਂ ਇੰਡੀਪੈਂਡੈਂਟ ਹਾਂ। ਵੇਖੋ, ਮੈਂ ਤੁਹਾਨੂੰ ਇੱਕ ਮਤਲਬ ਥੋੜੀ ਜਿਹੀ ਨਾ ਮਜ਼ਾਹੀਆ ਲਾਜੇ ਦੇ ਵਿੱਚ ਇੱਕ ਗੱਲ ਦੱਸਦਾ ਜੀ ਸ਼ੋਰ। ਇੱਕ ਮਤਲਬ ਬੰਦਾ ਸੀ, ਉਹ ਮਤਲਬ ਚੌਧਰੀ ਸੀ, ਘੋੜੀ ਘਾੜੀ ਰੱਖੀ ਸੀ, ਨਾਲ ਉਹਨੇ ਗਨ ਰੱਖੀ ਸੀ 12 ਬੋਰ ਦੀ। ਤੇ ਉਹ ਮਤਲਬ ਇੱਧਰ ਉੱਧਰ ਘੁੰਮਦਾ ਫਿਰਦਾ ਸੀ। ਪੁਰਾਣਾ ਸਮਾਂ ਸੀ, ਘੋੜੀਆਂ ਦੇ ਉੱਤੇ ਲੋਕੀ ਚੱਲਦੇ ਸੀ। ਤੇ ਉਹ ਕੀ ਕੀਤਾ ਵੀ ਉਹ ਕਿਸੇ ਸ਼ਹਿਰ ਦੇ ਵਿੱਚ, ਮੈਨੂੰ ਫਾਰ ਐਗਜ਼ਾਮਪਲ ਉਹ ਮੋਗੇ ਗਿਆ। ਹਾਂਜੀ। ਮੋਗੇ ਉਹਨੇ ਕਿਸੇ ਚਾਹ ਵਾਲੀ ਦੁਕਾਨ ਦੇ ਬਾਹਰ ਗਿਆ ਤੇ ਉਹਦੇ ਨੇੜੇ ਦਰਖਤ ਸੀ, ਦਰਖਤ ਨਾਲ ਘੋੜੀ ਬੰਨੀ, ਤੇ ਉਹਨੂੰ ਕਹਿੰਦਾ ਵੀ 2 ਕੱਪ ਦੁੱਧ ਦੀ ਪੱਤੀ ਪਾ ਦੇ। ਕੋਈ ਬੰਦਾ ਨਾਲ ਮਿਲ ਗਿਆ, ਉਹਨੇ ਚਾਹ ਦੀ ਪੀਤੀ, ਪਕੌੜਾ ਖਾਦਾ। ਅੱਛਾ। ਜਦੋਂ ਚਾਹ ਪੀ ਕੇ ਵਾਪਸ ਨਿਕਲਿਆ ਨਾ ਜੀ, ਉਹਦੀ ਉੱਥੇ ਘੋੜੀ ਹੈ ਨਹੀਂ ਸੀ ਵੱਜੀ ਹੋਈ। ਘੋੜੀ ਕੋ ਖੋਲ ਕੇ ਲੈ ਗਿਆ। ਤੇ ਉਹਨੂੰ ਦੁਕਾਨ ਵਾਲੇ ਨੂੰ ਕਹਿੰਦਾ ਮੇਰੀ ਘੋੜੀ। ਉਹ ਕਹਿੰਦਾ ਬਾਊ ਜੀ ਤੁਸੀਂ ਚਾਹ ਲਈ ਆ, ਚਾਹ ਮੈਂ ਦੇਤੀ। ਮੈਂ ਕਿਹਾ ਘੋੜੀ ਦਾ ਚੌਕੀਦਾਰ ਥੋੜ੍ਹਾ ਕਰਦਾ ਪਿਆ ਵੀ ਮੈਨੂੰ ਨਹੀਂ ਪਤਾ ਕਿੱਥੇ ਆ। ਓਕੇ। ਉਹ ਕਹਿੰਦਾ ਵੀ ਕੋਈ ਨਹੀਂ, ਲੱਭ ਲੈਂਦੇ ਆ। ਉਹ ਬਾਹਰ ਨਿਕਲਿਆ, ਉਹਨੇ ਦੋਵੇਂ ਗਨ ਦੇ ਦੋਵੇਂ ਬੈਰਲਾਂ ਦੇ ਵਿੱਚ ਕਾਰਤੂਸ ਪਾਇਆ, ਤਾਂ ਨੂੰ ਕਰਕੇ ਉਹਨੇ ਟੀ ਟੀ ਕਰਦੀਆਂ 2 ਚੜਾਤੀਆਂ ਤੇ ਉੱਚੀ ਸਾਰੀ ਬੋਲਿਆ, ਕਹਿੰਦਾ ਵੀ ਜਿਹਦੇ ਕੋਲ ਮੇਰੀ ਘੋੜੀ ਹੈਗੀ ਆ, ਮੇਰੀ ਘੋੜੀ ਹੁਣੇ 2 ਮਿੰਟਾਂ 'ਚ ਦੇ ਦਿਓ, ਨਹੀਂ ਤੇ ਮੈਂ ਉਹ ਕੰਮ ਕਰੂੰਗਾ ਜਿਹੜਾ ਮੈਂ ਜਗਰਾਵਾਂ ਕੀਤਾ ਸੀ। ਅੱਛਾ ਅੱਛਾ। ਉਹ ਹੋਇਆ ਹੈ ਵੀ 5-7 ਮਿੰਟ ਬਾਅਦ ਨਾ ਘੋੜੀ ਕਿਸੇ ਨੇ ਪਿੱਛੇ ਛੱਡ ਦਿੱਤੀ ਤੇ ਘੋੜੀ ਤੁਰ ਕੇ ਉੱਥੇ ਆ ਗਈ। ਉਹ ਘੋੜੀ ਤੇ ਚੜ ਗਿਆ ਤੇ ਉਹ ਲਾਲਾ ਜੀ ਨੂੰ ਕਹਿੰਦਾ, ਚਾਹ ਲੈਣ ਵੀ ਰਾਮ ਕਲਾਮ ਸਲਾਮ ਜੋ ਵੀ ਉਹਨੇ ਕਿਹਾ। ਕਹਿੰਦਾ ਠੀਕ ਹੈ। ਉਹ ਕਹਿੰਦਾ ਵੀ ਸਿੰਘ ਜੀ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ, ਕਹਿੰਦਾ ਵੀ ਘੋੜੀ ਤੁਹਾਡੀ ਆ ਗਈ, ਮਸਲਾ ਤੁਹਾਡਾ ਹੱਲ ਹੋ ਗਿਆ। ਕਹਿੰਦਾ ਵੀ ਜਿਹੜਾ ਤੁਸੀਂ ਇਹ ਦਬਕਾ ਮਾਰਿਆ ਸੀ ਵੀ ਮੈਂ ਜਗਰਾਉਂ ਵਾਲਾ ਕੰਮ ਕਰੂੰਗਾ, ਜਗਰਾਉਂ ਕੀ ਕੰਮ ਕੀਤਾ ਸੀ? ਅੱਛਾ। ਕਹਿੰਦਾ ਜਗਰਾਉਂ ਤੋਂ, ਕਹਿੰਦਾ ਮੇਰੀ ਕੋਈ ਘੋੜੀ ਖੋਲ ਕੇ ਲੈ ਗਏ ਤੇ ਫਿਰ ਮੈਂ ਤੁਰ ਕੇ ਘਰ ਚਲਾ ਗਿਆ ਸੀ। ਠੀਕ ਹੈ ਨਾ। ਹੁਣ ਇਹ ਜੇ ਉੱਥੇ ਇਹਨਾਂ ਨੇ ਦਬਕੇ ਮਾਰਨਗੇ, ਜੇ ਕਿਸੇ ਨੇ ਘੋੜੀ ਦੇਤੀ ਤੇ
ਲੈਣ ਦੀ ਨਾ ਲੈਣ ਦੀ ਤੇ ਆਪਣੇ ਜਹਾਜ਼ ਲੈ ਕੇ ਵਾਪਸ ਆ ਜਾਣਗੇ, ਹੋਰ ਇਹਨਾਂ ਉੱਥੇ ਕੀ ਕਰਨਾ। ਯਾਨੀ ਕਿ ਮੈਂ ਠੰਡੇ ਪਾਣੀ ਨਾਲ ਭਾਂਡੇ ਨਹੀਂ ਧੋਣੇ, ਮੈਨੂੰ ਗਰਮ ਪਾਣੀ ਕਰਕੇ ਦਿਓ, ਤੇ ਜੇ ਗਰਮ ਪਾਣੀ ਨਾ ਮਿਲਿਆ ਫਿਰ ਆਪਾਂ ਠੰਡੇ ਨਾਲ ਹੀ ਧੋ ਲਾਂਗੇ। ਰਾਈਟ ਜਾਂ ਫਿਰ ਠੰਡੇ ਪਾਣੀ ਨਾਲ ਹੀ ਨਹਾ ਲਾਂਗੇ, ਆਪਾਂ ਨਹਾ ਲਾਂਗੇ, ਠੀਕ ਰਹੇਗਾ ਇੱਥੇ। ਸੋ ਸੋਢੀ ਸਾਹਿਬ, ਰਿਸ਼ੀ ਸੁਣਕ ਜੀ ਦੀ ਕੋਈ ਨਿਊਜ਼ ਹੀ ਨਹੀਂ ਆਉਂਦੀ ਪਈ ਕਿ ਉੱਥੇ ਕੀ ਕਰਦੇ ਪਏ ਨੇ। ਬੜਾ ਚਾਅ ਚੜਿਆ ਹੋਇਆ ਸੀ ਸਾਨੂੰ ਕਿ ਬ੍ਰਿਟੇਨ ਦੇ ਵਿੱਚ ਸਾਡਾ ਭਾਰਤੀ ਮੂਲ ਦਾ ਬੰਦਾ ਪ੍ਰਾਈਮ ਮਿਨਿਸਟਰ ਬਣਨ ਦੀ ਦੌੜ ਦੇ ਵਿੱਚ ਸ਼ਾਮਿਲ ਹੈ, ਲਗਾਤਾਰ ਅੱਗੇ ਵੱਧਦਾ ਪਿਆ। ਹੁਣ ਕੀ ਹਾਲ ਚਾਲ ਨੇ ਰਿਸ਼ੀ ਸਾਹਿਬ ਦੇ? ਇਸ ਵੇਲੇ ਜਿਹੜੇ ਹਾਲਾਤ ਹੈ ਜੀ, ਬਸ ਉਹ ਮਤਲਬ ਈਵਨ ਹੀ ਸਮਝ ਲਓ ਵੀ ਜੇ ਹੁਣ ਤਾਂ ਉਹ ਭਗਵਾਨ ਵਾਲੀ ਗੱਲ ਹੈ ਵੀ ਜੇ ਭਗਵਾਨ ਦੇ ਘਰ ਵਡਿਆਈ ਮਿਲਣੀ ਲਿਖੀ ਹੋਈ ਤੇ ਰੋਕ ਕੋਈ ਨਹੀਂ ਸਕਦਾ, ਤੇ ਜੇ ਨਾ ਲਿਖੀ ਹੋਈ ਤੇ ਗੋਰਿਆਂ ਨੇ ਤਾਂ ਨਹੀਂ ਬੀਏਗੇ ਇੰਡੀਅਨ, ਮਤਲਬ ਉਹਨਾਂ ਨੂੰ ਇਹ ਕਰਨ ਦੇਣੀ ਗੱਲ। ਉਹ ਤਾਂ ਕਾਫੀ ਆਮ ਆਦਮੀ ਪਾਰਟੀ ਤੋਂ ਸਿੱਖ ਕੇ ਕਹਿੰਦੇ ਸੀ ਬਿਜਲੀ ਦੇ ਯੂਨਿਟ ਵੀ ਫ੍ਰੀ ਕਰ ਦਾਂਗੇ। ਮੈਂ ਕਿਹਾ ਵੀ ਇਹ ਕੀਤਾ, ਪਰ ਗੱਲ ਇਹ ਨਾ ਵੀ ਇਹ ਚੀਜ਼ ਉੱਥੇ ਉਲਟ ਪੈਣੀ ਆ। ਅੱਛਾ ਜੀ, ਇਹ ਚੀਜ਼ ਉਲਟ ਪੈਣੀ ਆ। ਉਹ ਫ੍ਰੀ ਫਰੂ ਦੀਆਂ ਚੀਜ਼ਾਂ 'ਚ ਇਹ ਫੇਥ ਨਹੀਂ ਕਰਦੇ। ਇਹਨਾਂ ਨੂੰ ਕਿਸੇ ਨੂੰ ਕਹੋ ਵੀ ਕੋਈ ਚੀਜ਼, ਤੁਸੀਂ ਕਿਸੇ ਨੂੰ ਕੋਈ ਚੀਜ਼ ਫ੍ਰੀ ਆਫਰ ਕਰੋ, ਕਹਿੰਦਾ ਕਿਉਂ ਦੇ ਰਿਹਾ ਤੈਨੂੰ, ਮੇਰੇ ਨਾਲ ਮਤਲਬ ਕੀ ਆ? ਹੈ ਨਾ, ਇਹ ਹੋਣਾ ਕਿੱਥੋਂ ਹੈ? ਇੰਡੀਅਨ ਬੰਦਾ ਇੰਗਲੈਂਡ ਗਿਆ ਤੇ ਉਹ ਬੱਸ ਦੇ ਵਿੱਚ ਚੜਿਆ, ਉਹਨੇ ਸੋਚਿਆ ਵੀ ਕੰਡਕਟਰ ਆਊਗਾ ਜਾਂ ਨਹੀਂ ਆਊਗਾ, ਤੇ ਉਹਨੇ ਟਿਕਟ ਨਹੀਂ ਲਈ, ਤੇ ਉਹ ਜਿਸ ਸਟਾਪ ਤੇ ਉਤਰ ਗਿਆ ਤੇ ਮਗਰ ਇੱਕ ਗੋਰਾ ਸੀ, ਉਹ ਕਹਿੰਦਾ ਵੀ ਭਾਈ ਸਾਹਿਬ ਤੁਸੀਂ, ਕਹਿੰਦਾ ਟਿਕਟ ਨਹੀਂ ਲਈ, ਉਹ ਕਹਿੰਦਾ ਵੀ ਕੋਈ ਆਇਆ ਨਹੀਂ, ਕਹਿੰਦਾ ਆਇਆ ਨਹੀਂ, ਉੱਥੇ ਉਹ ਟੋਕਨ ਵਾਲੀ ਬਾਰੀ ਦੇ ਕੋਲ ਲੱਗਾ, ਤੁਸੀਂ ਉਹ 'ਚ ਆਪਣਾ ਕਾਇਮ ਪਾ ਦੇਣਾ ਸੀ। ਤੇ ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਸੀ, ਤੇ ਸੌਰੀ ਵੀ ਮੈਂ ਕੱਲ ਪਰਸੋਂ ਹੀ ਅਜੇ ਆਇਆ। ਤੇ ਉਹ ਕਹਿੰਦਾ ਵੀ ਮੈਂ ਹੁਣ ਪਾ, ਉਹਨਾਂ ਕਹਿੰਦਾ ਹੁਣ ਤੂੰ ਨਾ ਪਾਈ, ਮੈਂ ਪਾਤਾ ਤੇਰੇ ਹਿੱਸੇ ਦਾ ਟੋਕਨ। ਅੱਛਾ, ਉਹ ਇੰਡੀਅਨ ਭਾਈ ਸਾਹਿਬ ਪੁੱਛਦੇ ਵੀ ਤੁਸੀਂ ਕਿਉਂ ਮੇਰੇ ਹਿੱਸੇ ਦਾ ਪਾਤਾ? ਵੀ ਮੈਂ ਕੋਈ ਭਿੱਖ ਮੰਗਾ ਥੋੜੋ ਆ, ਅਗਰ ਤੂੰ ਮੈਂ ਸਰਦਾਰ ਬੰਦਾ ਤੇ ਮੇਰੇ ਕੋਲ ਪੈਸੇ ਹੈਗੇ, ਮੈਂ ਪਾ ਦੇਣਾ। ਉਹ ਕਹਿੰਦਾ ਨਹੀਂ, ਭਿੱਖ ਮੰਗੇ ਦਾ ਸਵਾਲ ਨਹੀਂ, ਜੇ ਤੂੰ ਬਿਨਾਂ ਟਿਕਟ ਤੇ ਜਾਏਗਾ, ਤੇਰੇ ਵਰਗੇ 10 ਹੋਰ ਜਾਣਗੇ, ਤੇ ਕੱਲ ਨੂੰ ਇਹ ਜਿਹੜੀ ਇਹ ਬੱਸ ਸਰਵਿਸ ਹੈ ਨਾ, ਇਹ ਮਿਲ ਨਹੀਂ ਪਾਏਗੀ ਸਾਨੂੰ। ਮਤਲਬ ਇਸ ਬੁੱਧੀ ਦੇ ਬੰਦੇ ਆ, ਉਹਨਾਂ ਨੇ ਕਿਸੇ ਕੋਲੋਂ ਬਿਜਲੀ ਜਾਂ ਟੈਲੀਫੋਨ ਜਾਂ ਇੰਟਰਨੈਟ ਕਿਸੇ ਕੋਲੋਂ ਫ੍ਰੀ ਨਹੀਂ ਲੈਣਾ ਹੋਣਾ। ਮੈਂ ਸਮਝ ਗਿਆ ਜੀ, ਕਿਉਂਕਿ ਨੈਚੁਰਲੀ ਆਪਣੇ ਲੋਕ ਹੀ ਆ ਜਿਹੜੇ ਫ੍ਰੀ ਚੀਜ਼ਾਂ ਲੈਂਦੇ ਆ, ਯੂਨਿਟ 'ਚ ਪਾ ਜਾਂਦੇ ਜਾਂ ਕੁਝ ਕਰਦੇ। ਬਿਲਕੁਲ ਸਹੀ ਗੱਲ ਹੈ। ਇੱਕ ਨੈਸ਼ਨਲ ਕਰੈਕਟਰ ਹੁੰਦਾ ਹੈ, ਕੋਈ ਵੀ ਮੁਲਕ ਖੜਾ ਹੁੰਦਾ ਹੈ, ਕੋਈ ਵੀ ਮੁਲਕ ਡਿਵੈਲਪਡ ਨੇਸ਼ਨ ਬਣਦਾ ਤੇ ਉਹ ਆਪਣੇ ਨੈਸ਼ਨਲ ਕਰੈਕਟਰ ਦੇ ਬਲਬੂਤੇ ਤੇ ਬਣਦਾ, ਗੱਲਾਂ ਕਰਨ ਦੇ ਨਾਲ ਨਹੀਂ ਬਣਦਾ। ਸੋ ਹੁਣ ਆਪਾਂ ਇੱਥੇ ਮਤਲਬ ਕਿ ਅਮਰੀਕਾ ਦੇ ਵਿੱਚ ਕੀ ਹੈ ਵੀ ਤੁਸੀਂ ਇੱਕ ਬੰਦੇ ਦੀ ਇੱਕ ਪ੍ਰਾਈਵੇਟ ਕਾਰ ਖੜੀ ਹੈ ਜੀ, ਇੱਕ ਲਾਗੇ ਉਹਦੇ ਕੋਈ ਮਤਲਬ ਪਾਰਕਿੰਗ ਸਾਈਨ ਹੈ, ਕੋਈ ਚੀਜ਼ ਨਹੀਂ ਹੈ ਜਿਹੜਾ ਗਵਰਨਮੈਂਟ ਨਾਲ ਰਿਲੇਟਡ ਹੈ। ਹਾਂਜੀ, ਉਹ ਖੜਾ, ਤੁਸੀਂ ਉਹਦੀ ਕਾਰ ਦਾ ਪਾਰਟ ਤੋੜ ਦਿਓ, ਸ਼ੀਸ਼ਾ ਤੋੜ ਦਿਓ, ਤੇ ਹੋ ਸਕਦਾ ਤੁਹਾਡੇ ਨਾਲ ਉਹ ਝਗੜਾ ਨਾ ਕਰੇ ਜਾਂ ਪੁਲਿਸ ਨੂੰ ਕਾਲ ਨਾ ਕਰੇ, ਗਈ ਆਈ ਕਰ ਦੇਵੇ। ਜੇ ਤੁਸੀਂ ਕੋਈ ਸਰਕਾਰੀ ਚੀਜ਼ ਤੋੜ ਦਿਓ ਤੇ ਤੁਹਾਨੂੰ ਕਦੀ ਮਾਫ ਨਹੀਂ ਕਰੇਗਾ। ਮੈਂ ਸਮਝ ਗਿਆ। ਇਹ ਲੋਕ ਆਪਣੇ ਨੇਸ਼ਨ ਪਿੱਛੇ ਕੁਰਬਾਨ ਹੋ ਜਾਂਦੇ ਆ। ਇਹ ਨਹੀਂ ਕਰਦੇ ਵੀ ਬਿਜਲੀ ਫ੍ਰੀ ਦੇ ਦਿਓ ਤੇ ਕੱਲ ਨੂੰ ਮਤਲਬ ਸਾਡੇ ਪਲਾਂਟ ਹੀ ਨਾ ਚੱਲਣ। ਯਾ ਅੱਛਾ, ਹੁਣ ਆਪਾਂ ਇੱਕ ਲਾਸਟ ਗੱਲ ਕਰ ਲਈਏ ਜੋ ਵਾਤਾਵਰਣ ਦੇ ਨਾਲ ਜੁੜੀ ਹੋਈ ਹੈ, ਕਿਉਂਕਿ ਵਾਤਾਵਰਣ ਦਾ ਖਤਰਾ ਪੂਰੀ ਦੁਨੀਆ ਦੇ ਵਿੱਚ ਬਣਿਆ ਹੋਇਆ। ਅਸੀਂ ਦੇਖਦੇ ਹਾਂ ਦੁਨੀਆ ਦੇ ਪੱਧਰ ਦੇ ਉੱਤੇ, ਇੰਟਰਨੈਸ਼ਨਲ ਲੈਵਲ ਦੇ ਉੱਤੇ ਵੱਡੀਆਂ ਕਾਨਫਰੰਸਿਸ ਫੇਲ ਹੋ ਜਾਂਦੀਆਂ ਨੇ, ਗੱਲਾਂ ਬਾਤਾਂ ਬਹੁਤ ਹੁੰਦੀਆਂ ਨੇ, ਬੜੀਆਂ ਇਮੋਸ਼ਨਲ ਸਪੀਚਸ ਵੀ ਹੁੰਦੀਆਂ ਨੇ, ਪਰ ਗੱਲਾਂ ਬਾਤਾਂ ਦੇ ਦੌਰਾਨ ਜਦੋਂ ਪ੍ਰੈਕਟੀਕਲੀ ਹੋਣ ਲੱਗਦਾ ਤਾਂ ਫਿਰ ਸਾਰਿਆ ਕੁਝ ਫੇਲ ਹੋ ਜਾਂਦਾ। ਤਾਂ ਉਸ ਨੂੰ ਦੇਖਦੇ ਹੋਏ ਆਪਾਂ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਨੇ ਕਿ ਜਿਹੜਾ ਖੇਤੀਯੋਗ ਪਾਣੀ ਹੈ ਉਹਦੀ ਕਾਫੀ ਘਾਟ ਹੋਣ ਵਾਲੀ ਹੈ ਆਉਣ ਵਾਲੇ ਸਮੇਂ ਦੇ ਵਿੱਚ। ਬਿਲਕੁਲ ਇਹ ਤੁਸੀਂ ਸਹੀ ਸੁਣਿਆ। ਜਿਹੜਾ ਇਹ ਗਲੋਬਲ ਵਾਰਮਿੰਗ ਦਾ ਜਾਂ ਇਹਦੀ ਆਪਸ ਦੇ ਵਿੱਚ ਜਿਹੜੀ ਹੋ ਰਹੀ ਆ ਅਦਲਾ ਬਦਲੀ, ਗਲੇਸ਼ੀਅਰ ਪਿਘਲ ਰਹੇ ਆ ਕਿਤੇ ਨਵੀਆਂ ਥਾਵਾਂ ਤੇ। ਵੇਖੋ ਨਾ, ਕਿਤੇ ਜੂਨ ਦੇ ਵਿੱਚ ਵੀ ਬਰਫ਼ ਪੈ ਗਈ ਹੈ, ਤੇ ਆਮ ਬਰਫ਼ ਦਾ ਸਮਾਂ ਹੁੰਦਾ ਵੀ ਉਹ ਮਤਲਬ ਫਰਵਰੀ ਜਾਂ ਵੱਧ ਤੋਂ ਵੱਧ ਮਾਰਚ ਤੱਕ ਪੈਂਦੀ ਹੈ। ਐਤਕੀ ਕਿਤੇ ਜੂਨ 'ਚ ਵੀ ਪਈ ਆ, ਈਵਨ ਤਾਂ ਜੁਲਾਈ ਦੇ ਫਸਟ ਵੀਕ 'ਚ ਵੀ ਪਈ ਆ। ਕਈਆਂ ਥਾਵਾਂ ਤੇ ਅਟਲਾਂਟਿਕ ਵਗੈਰਾ 'ਚ ਉਹ ਜਿਹੜੀ ਹੈ ਸਨੋ ਉਹ ਮੈਲਟ ਵੀ ਹੋ ਰਹੀ ਆ ਬੁਰੀ ਤਰ੍ਹਾਂ। ਇਹ ਜਿਹੜਾ ਹੈਗਾ ਤੁਹਾਡਾ ਕੈਲੀਫੋਰਨੀਆ, ਇਹਦੇ ਤੇ ਕੋਈ ਜਿੱਦਾਂ ਕਿਸੇ ਮਤਲਬ ਨਜ਼ਰ ਲੱਗਦੀ ਨਾ ਕਿਸੇ ਚੀਜ਼ ਦੀ,
ਉਸ ਤਰ੍ਹਾਂ ਦੀ ਹੈ ਵੀ ਜਿੱਦਾਂ ਲੋਕ ਇਹਨੂੰ ਕਹਿੰਦੇ ਸੀ ਵੀ ਇਹ ਇੱਕ ਵਿਸ਼ਵ ਦਾ ਸਭ ਤੋਂ ਜ਼ਰਖੇਜ਼ ਜ਼ਮੀਨ ਹੈ, ਬਾਗ ਹੈ, ਹਰ ਪਿਸਤਾ, ਬਦਾਮ, ਅਖਰੋਟ, ਇਹ ਤੁਹਾਡੀ ਸੌਗੀ, ਅੰਗੂਰ, ਹਰ ਚੀਜ਼ ਦਾ, ਫਰੂਟ ਦਾ ਬਾਦਸ਼ਾਹ ਵਾ, ਪੀਚ ਦਾ, ਐਪਲ ਦਾ। ਉਹ ਮਤਲਬ ਨਾ ਪਾਣੀ ਦੇ ਨਾਲ ਨਾਲ ਨਾ ਕੁਝ ਕਲਾਈਮੇਟ ਤੇ ਵੀ ਐਸਾ ਫਰਕ ਪੈ ਰਿਹਾ ਵੀ ਉਹ ਜਿਹੜੇ ਜਿਹੜੇ ਫਲਦਾਰ ਬੂਟੇ 15-15 20-20 ਸਾਲ ਫਲ ਦਿੰਦੇ ਰਹਿੰਦੇ ਆ ਨਾ, ਉਹ 5-7 ਸਾਲਾਂ ਬਾਅਦ ਸੁੱਕਣੇ ਸ਼ੁਰੂ ਹੋ ਜਾਂਦੇ ਆ। ਹੁਣ ਇੱਕ ਤੇ ਉਹ ਬੂਟੇ ਦੀ ਕਾਸਟ ਪੈ ਗਈ, ਦੂਜਾ ਉਹ ਜਿਹੜਾ ਬੂਟਾ ਜਵਾਨ ਸੀਗਾ, ਫਲ ਦੇ ਰਿਹਾ ਸੀ, ਉਹ ਸੁੱਕ ਗਿਆ ਤੇ ਮਤਲਬ ਜ਼ਿਮੀਂਦਾਰ ਦਾ ਕਾਫੀ ਨੁਕਸਾਨ ਹੋ ਜਾਂਦਾ ਉਹਦੇ ਵਿੱਚ। ਤੇ ਉਹਦੇ ਨਾਲ ਨਾਲ ਪਾਣੀ ਵਾਲੀ ਵੀ ਜਿਹੜੀ ਸਮੱਸਿਆ ਵਾ ਉਹ ਵੀ ਸਰਕਾਰ ਵੀ ਹੱਥ ਖੜੇ ਕਰਦੀ ਪਈ ਵੀ ਇਹ ਕੁਦਰਤੀ ਤੌਰ ਤੇ ਹੀ ਆ, ਸਾਨੂੰ ਨਹੀਂ ਪਤਾ ਵੀ ਇਹ ਪਾਣੀ ਦਾ ਇੱਥੇ ਕੀ ਹਿਸਾਬ ਕਿਤਾਬ ਬਣਨਾ। ਔਰ ਜੇ ਤੁਸੀਂ ਪਾਣੀ ਕਿਸੇ ਹੋਰ ਸਟੇਟ ਚੋਂ ਜਾ ਕੇ ਜਾਂ ਕਿਧਰੋਂ ਦਿੰਦੇ ਹੋ ਤੇ ਬੜਾ ਮਹਿੰਗਾ ਪੈਣਾ। ਉਹ ਮਤਲਬ ਉਹ ਖੇਤੀ ਕਈ ਵਾਰੀ ਮਤਲਬ ਇੰਨੀ ਕੁ ਮਹਿੰਗੀ ਪੈ ਜਾਣੀ ਆ ਵੀ ਲੋਕਾਂ ਦੀ ਅਫੋਰਡੇਬਿਲਿਟੀ ਖਤਮ ਹੋ ਜਾਣੀ ਉਹਦੇ ਉੱਤੋਂ। ਤੇ ਬਾਕੀ ਹੁਣ ਕਈ ਸਟੇਟਾਂ ਜਿੱਦਾਂ ਮਿਸੀਸਿਪੀ ਵਾਲੇ ਪਾਸੇ ਜਾਂ ਇੱਧਰ ਸਾਡੀ ਸਟੇਟ 'ਚ ਵੀ ਇੱਧਰ ਫਲੈਗਸਟਾਫ ਸਾਈਡ ਤੇ ਕਈ ਜਗ੍ਹਾ ਤੇ ਜਿੱਥੇ ਬਾਰਿਸ਼ ਤੇਜ਼ ਹੋਈ ਆ ਤੇ ਹੜ੍ਹ ਹੁੜ ਵੀ ਆਏ ਆ। 2 ਦਿਨ ਪਹਿਲਾਂ ਦੀ ਗੱਲ ਆ, ਜਿਹੜੀ ਨਵੇਡਾ ਸਟੇਟ ਆ ਜਿਹਦੇ 'ਚ ਲਾਸ ਵੇਗਸ ਹੈਗਾ, ਬੜਾ ਮਸ਼ਹੂਰ ਸ਼ਹਿਰ ਹੈ ਲਾਸ ਵੇਗਸ, ਤੇ ਉਹਦੇ ਸਾਊਥ ਸਾਈਡ ਤੇ ਇਹ ਕੋਈ ਕੈਂਪਿੰਗ ਕੁੰਪਿੰਗ ਕਰਨ ਗਏ ਆ। ਜਿਸਲੇ ਜਾਂਦੇ ਆ ਉੱਥੇ ਤੇ ਆਪਣੀਆਂ 4x4 ਜੀਪਾਂ ਹੁੰਦੀਆਂ, ਵਿੱਚ ਖਾਣਾ ਦਾਣਾ ਸਿਲੰਡਰ ਇਹ ਉਹ ਰੱਖ ਕੇ ਤੇ ਛੋਟੇ ਛੋਟੇ ਟੈਂਟ ਜੇ ਲੈ ਜਾਂਦੇ ਆ ਤੇ ਉੱਥੇ ਫਿਰ ਜੰਗਲਾਂ ਦੇ ਵਿੱਚ ਰਹਿੰਦੇ ਆ। ਤੇ ਉੱਥੇ ਪਾਣੀ ਪੂਣੀ ਕਾਫੀ ਆਇਆ ਤੇ 2 ਬੰਦੇ ਜਿਹੜੇ ਆ ਨਾ ਉਹ ਹੜ੍ਹ ਦੇ ਵਿੱਚ ਰੁੜ ਗਏ, ਮਤਲਬ ਮੌਤ ਹੋ ਗਈ ਉਹਨਾਂ ਦੀ। ਸੋ ਬਾਕੀ ਜਿਹੜੇ ਮਤਲਬ ਜਿੱਦਾਂ ਸਿਆਟਲ ਦਾ ਏਰੀਆ ਜਾਂ ਵਾਸ਼ਿੰਗਟਨ DC ਦਾ ਜਾਂ ਹੋਰ ਕਈ ਐਸੇ ਜਿਹੜੇ ਏਰੀਆ ਸੀ ਜਿੱਥੇ 70-70 ਤੋਂ ਵੱਧ ਟੈਂਪਰੇਚਰ ਨਹੀਂ ਸੀ ਹੁੰਦਾ, ਐਤਕਾਂ ਉੱਥੇ ਵੀ 100 ਨੂੰ ਟੱਚ ਕਰ ਗਿਆ। ਹਾਂਜੀ, ਤੇ ਇਸ ਚੀਜ਼ ਨੇ ਨਾ ਮਤਲਬ ਇੱਕ ਚਿੰਤਾ ਵਧਾਈ ਹੋਈ ਹੈ। ਤੇ ਵੇਖੋ ਇਹ ਕੁਦਰਤੀ ਆ, ਕਿਸੇ ਦੇ ਬੰਦੇ ਦੇ ਵੱਸ ਦਾ ਰੋਗ ਨਹੀਂਗਾ, ਕੁਦਰਤ ਨੇ ਜੋ ਵੀ ਕਰਨਾ। ਬਟ ਇਹ ਆ ਵੀ ਜਦੋਂ ਜਿਹੜੇ ਇੱਕ ਨਾਰਮਲ ਹਾਲਾਤਾਂ ਨਾਲ ਚੱਲਦੇ ਬੰਦੇ ਨੂੰ ਮਤਲਬ ਇੱਕ ਮੁਸੀਬਤ ਦੇ ਨਾਲ 2-4 ਹੋਣਾ ਪਵੇ ਤੇ ਉੱਥੇ ਵੀ ਪ੍ਰੋਬਲਮ ਤੇ ਆਉਂਦੀ ਆ, ਮਾਇਕ ਤੌਰ ਤੇ ਵੀ ਤੇ ਮੈਂਟਲੀ ਵੀ ਬੰਦਾ ਅਪਸੈਟ ਹੁੰਦਾ ਤੇ ਹੋਰ ਵੀ ਸਾਰੀਆਂ ਚੀਜ਼ਾਂ ਨਾਲ ਹੋ ਜਾਂਦਾ। ਜੀ ਸੋਢੀ ਸਾਹਿਬ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਸੋ ਇੱਕ ਤਾਂ ਕੁਦਰਤ ਨਾਲ ਛੇੜਖਾਨੀ ਬੰਦ ਕਰਨੀ ਚਾਹੀਦੀ ਹੈ ਇਨਸਾਨ ਨੂੰ, ਤੇ ਵਰਲਡ ਲੈਵਲ ਦੇ ਉੱਤੇ ਜਿਹੜੀਆਂ ਕਾਨਫਰੰਸਿਸ ਹੁੰਦੀਆਂ ਨੇ এনवायरमेंट ਨੂੰ ਲੈ ਕੇ ਉਹ ਸਫਲ ਹੋਣ, ਉਹਦੇ ਮੁਤਾਬਿਕ ਸਾਰੇ ਦੇਸ਼ ਕੰਮ ਕਰਨ ਔਰ ਜਿਹੜਾ ਕਾਮਨ ਪੂਲ ਬਣਾਉਣਾ ਚਾਹੁੰਦੇ ਨੇ ਜਿਹਦੇ ਵਿੱਚ ਸਾਰੇ ਦੇਸ਼ ਮਿਲ ਕੇ ਫੰਡਿੰਗ ਕਰਨ ਤਾਂ ਕਿ ਸਾਰੀ ਦੁਨੀਆ ਦੇ ਵਿੱਚ ਖਾਸ ਕਰਕੇ ਜਿਹੜੇ ਅੰਡਰ ਡਿਵੈਲਪ ਕੰਟਰੀਜ਼ ਨੇ ਉਹਦੇ ਵਿੱਚ ਵਾਤਾਵਰਣ ਦਾ ਖਾਸ ਖਿਆਲ ਰੱਖਿਆ ਜਾਵੇ। ਸੋ ਇਹ ਸਾਰੀਆਂ ਚੀਜ਼ਾਂ ਮਿਲ ਕੇ ਜ਼ਰੂਰ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਧਰਤੀ ਬਚੇਗੀ, ਵਾਤਾਵਰਣ ਬਚੇਗਾ ਤਾਂ ਹੀ ਅਸੀਂ ਸਰਵਾਈਵ ਕਰ ਸਕਾਂਗੇ, ਅਦਰਵਾਈਜ਼ ਕੋਈ ਚਾਂਸ ਨਹੀਂ ਆ। ਔਰ ਦੂਸਰੀ ਗੱਲ ਇਹ ਹੈ ਕਿ ਇਕਨੋਮੀ ਨੂੰ ਲੈ ਕੇ ਠੀਕ ਹੈ, ਹਰ ਮੁਲਕ ਦੀ ਇਕਨੋਮੀ ਇਸ ਵਕਤ ਹਿੱਲੀ ਪਈ ਹੈ। ਜੋ ਗਰੀਬ ਮੁਲਕ ਨੇ ਉਹਨਾਂ ਦਾ ਤਾਂ ਬਹੁਤ ਬੁਰਾ ਹਾਲ ਹੈ। ਜ਼ਿੰਦਗੀ ਭਰ ਦੀਆਂ ਜਿਹੜੀਆਂ ਮਿਹਨਤ ਕਰਕੇ ਕਮਾਈਆਂ ਹੋਈਆਂ ਦੌਲਤਾਂ ਨੇ ਲੋਕਾਂ ਦੀਆਂ ਬੈਂਕਸ ਵਿੱਚ ਪਈਆਂ ਨੇ, ਉਹਨੂੰ ਲੈ ਕੇ ਵੀ ਕਈ ਵਾਰ ਚਿੰਤਾ ਖੜੀ ਹੋ ਜਾਂਦੀ ਹੈ। ਉਹਨਾਂ ਦੇ ਦਿਮਾਗ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸਵਾਲ ਆਉਂਦੇ ਨੇ। ਸੋ ਇਹ ਵੀ ਗੱਲਾਂ ਦੇਖਣ ਨੂੰ ਮਿਲਦੀਆਂ ਨੇ। ਸੋ ਇਸ ਚੀਜ਼ ਨੂੰ ਵੀ ਮਿਲ ਕੇ ਦੇਖਣਾ ਚਾਹੀਦਾ। ਇਸ ਵਕਤ ਮੈਨੂੰ ਇਹ ਲੱਗਦਾ ਕਿ ਪੂਰੀ ਦੁਨੀਆ ਦੇ ਵਿੱਚ ਨਾ ਜਿਹੜਾ ਇਹ ਟ੍ਰੇਡ ਆ ਜਾਂ ਬਿਜ਼ਨਸ ਹੈ ਉਹਦੇ ਵਿੱਚ ਇੱਕ ਹਿਊਮਨ ਵੈਲਬੀਇੰਗ, ਹਿਊਮਨ ਰਾਈਟਸ, ਇਹ ਸਾਰਾ ਕੁਝ ਸ਼ਾਮਿਲ ਹੋਣਾ ਚਾਹੀਦਾ ਤਾਂ ਕਿ ਸਭ ਦਾ ਭਲਾ ਹੋ ਸਕੇ। ਜੋ ਜਿੰਨੀ ਦੇਸ਼ ਮਦਦ ਕਰ ਸਕਦਾ ਉਸ ਦੇਸ਼ ਦੀ ਉਨੀ ਉਹ ਮਦਦ ਕਰੇ। ਅਮੀਰ ਮੁਲਕ ਗਰੀਬ ਮੁਲਕਾਂ ਦੀ ਜ਼ਰੂਰ ਮਦਦ ਕਰਨ। ਸੋ ਕੁਝ ਇਨਸਾਨ ਦੀਆਂ ਪੈਦਾ ਕੀਤੀਆਂ ਹੋਈਆਂ ਸਮੱਸਿਆਵਾਂ ਨੇ, ਕੁਝ ਕੁਦਰਤ ਦੀਆਂ ਪੈਦਾ ਕੀਤੀਆਂ ਹੋਈਆਂ ਸਮੱਸਿਆਵਾਂ ਨੇ, ਨਜਿੱਠਣਾ ਦੋਵਾਂ ਨਾਲ ਹੀ ਪਏਗਾ। ਔਰ ਦੂਜੀ ਗੱਲ ਰਹੀ, ਜਿਸ ਤਰ੍ਹਾਂ ਆਪਾਂ ਰਿਸ਼ੀ ਸੂਨਕ ਜੀ ਦੀ ਗੱਲ ਕੀਤੀ ਹੈ ਕਿ ਰੇਸਿਜ਼ਮ ਸਟਿਲ ਐਗਜ਼ਿਸਟ ਕਰਦਾ, ਠੀਕ ਹੈ, ਭਾਰਤ ਦੇ ਵਿੱਚ ਵੀ ਹੈ, ਹਰ ਜਗ੍ਹਾ ਹੈ, ਦੁਨੀਆ ਦੇ ਹਰ ਕੋਨੇ ਵਿੱਚ ਹੈ ਕਿ ਅਸੀਂ ਹਜੇ ਵੀ ਇਨਸਾਨ ਤੇ ਇਨਸਾਨ ਦੇ ਵਿੱਚ ਫ਼ਰਕ ਮਹਿਸੂਸ ਕਰਦੇ ਹਾਂ ਤੇ ਫ਼ਰਕ ਕਰਦੇ ਵੀ ਹਾਂ। ਜਦਕਿ ਬੇਸਿਕ ਚੀਜ਼ ਇਹ ਹੈ ਕਿ ਇਨਸਾਨ ਦੀ ਕਾਬਲੀਅਤ ਦੇਖਣੀ ਚਾਹੀਦੀ ਹੈ, ਚਾਹੇ ਉਹ ਕਿਸੇ ਵੀ ਮੁਲਕ ਦਾ ਹੋਵੇ ਜਾਂ ਕਿਸੇ ਵੀ ਮੁਲਕ ਵਿੱਚ ਜਾ ਕੇ ਵਸਿਆ ਹੋਵੇ। ਸੋ ਇਹ ਸਾਰੀਆਂ ਅਸੀਂ ਅੱਜ ਨਿਊਜ਼ ਡਿਸਕਸ ਕੀਤੀਆਂ ਨੇ। ਸੂਨਕ ਸਾਹਿਬ ਦੀ ਕਾਬਲੀਅਤ ਤੇ ਕਿਸੇ ਨੇ ਡਾਊਟ ਨਹੀਂ ਕੀਤਾ ਸੀ। ਉਹ ਵੀ ਕਹਿੰਦੇ ਸੀ ਮਤਲਬ ਕਿਸੇ ਗੱਲੋਂ ਕਾਬਲੀਅਤ ਤੇ ਨਹੀਂ ਸੀ, ਪਰ ਹੁਣ ਅਖੀਰ ਦੇ ਵਿੱਚ ਜਿਹੜੀ ਆ ਕੇ ਕੁਝ ਫ੍ਰੀ ਦੀਆਂ ਚੀਜ਼ਾਂ ਦੇਣ ਦਾ ਜਿਹੜਾ ਕਿਹਾ ਨਾ, ਇਹ ਚੀਜ਼ ਨੇ ਥੋੜਾ ਜਿਹਾ ਉਹਨੂੰ ਬੈਕਫੁੱਟ ਤੇ ਲੈਂਦਾ। ਯੈਸ, ਔਰ ਉਹਨਾਂ ਨੂੰ ਪਸੰਦ ਨਹੀਂ ਆਈ। ਸੋ ਇੱਕ ਚੀਜ਼ ਹੋਰ ਵੀ ਕਿ
ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ, ਜੰਗਾਂ ਨਹੀਂ ਹੋਣੀਆਂ ਚਾਹੀਦੀਆਂ। ਜਿੰਨਾ ਪੈਸਾ ਜੰਗਾਂ ਦੇ ਵਿੱਚ ਬਰਬਾਦ ਹੁੰਦਾ ਹੈ, ਜਿੰਨਾ ਐਮੂਨੀਸ਼ਨ ਬਣਾਉਣ ਦੇ ਉੱਤੇ, ਹਥਿਆਰ ਬਣਾਉਣ ਦੇ ਉੱਤੇ ਬਰਬਾਦ ਹੁੰਦਾ ਹੈ, ਉਹਦੇ ਨਾਲ ਪੂਰੀ ਦੁਨੀਆ ਦਾ, ਹਿਊਮੈਨਿਟੀ ਦਾ ਭਲਾ ਹੋ ਸਕਦਾ ਹੈ, ਭੁੱਖਮਰੀ ਗਰੀਬੀ ਦੂਰ ਹੋ ਸਕਦੀ ਹੈ। ਸੋ ਪੈਸੇ ਦੀ ਸਹੀ ਵਰਤੋਂ ਵੀ ਹੋਣੀ ਚਾਹੀਦੀ ਹੈ। ਬਹੁਤ ਬਹੁਤ ਸ਼ੁਕਰੀਆ। ਹਾਂਜੀ, ਇਹ ਵੈਸੇ ਜਿਹੜੀ ਤੁਸੀਂ ਗੱਲ ਕਹੀ ਨਾ, ਬਹੁਤ ਪਾਇਦਾਰ ਗੱਲ ਕਹੀ ਆ। ਜੇ ਮਤਲਬ ਕਿ ਇਹ ਚੀਜ਼ ਤੇ ਕੰਟਰੋਲ ਹੋ ਜਾਏ ਨਾ, ਤੇ ਇਸ ਵੇਲੇ ਜਿਹੜਾ ਲੜਾਈ ਪੜ੍ਹਾਈ ਦਾ ਇਹ ਹੈਗਾ, ਮਤਲਬ ਤੁਸੀਂ ਏਦਾਂ ਕਰਕੇ ਥੋੜਾ ਜਿਹਾ ਇੱਧਰ ਨੂੰ ਈਸਟ ਵਾਲੇ ਪਾਸੇ ਨੂੰ ਲੈ ਲਓ, ਤੇ ਚਾਈਨਾ ਨੂੰ ਥੋੜਾ ਜਿਹਾ ਇੱਧਰ ਨੂੰ ਇੰਡੀਆ ਨੂੰ ਵੱਲ ਲਓ, ਤੇ ਰਸ਼ੀਆ ਵਿੱਚ ਲੈ ਲਓ, ਤੇ ਗਲਫ ਕੰਟਰੀ ਲੈ ਲਓ। ਇੰਨੇ ਕੀ ਖਿੱਤੇ 'ਚ ਲੜਾਈ ਹੈਗੀ ਆ। ਮਤਲਬ ਜੇ ਜੰਗਬੰਦੀ ਵਾਲਾ ਹੋ ਜਾਵੇ, ਆਪਸ ਦੇ ਵਿੱਚ ਸਹਿਮਤੀ ਹੋ ਜਾਵੇ, ਹੋਰ ਕੋਈ ਠੀਕ ਹੋਵੇ ਨਾ ਹੋਵੇ, ਇੰਡੀਆ ਸੋਨੇ ਦੀ ਚਿੜੀ ਜ਼ਰੂਰ ਬਣ ਸਕਦਾ। ਬਹੁਤ ਬਹੁਤ ਸ਼ੁਕਰੀਆ ਸੋਢੀ ਸਾਹਿਬ, ਤੁਸੀਂ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਨਾਲ ਆਪਣੇ ਦਿਲ ਦੇ ਵਿਚਾਰ ਸਾਂਝੇ ਕੀਤੇ। ਥੈਂਕ ਯੂ ਵੈਰੀ ਮੱਚ, ਆਲ ਦ ਬੈਸਟ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਜੀ।